ਕਹੋ ਨਾਨਕ ਜਾਂ ਕੇ ਨਿਰਮਲ ਭਾਗ, ਹਰ ਚਰਣੀ ਤਾਂ ਕਾ ਮਨ ਲਾਗ। ਕਹੋ ਨਾਨਕ ਜਾਂ ਕੇ ਪੂਰੇ ਭਾਗ, ਗੁਰ ਚਰਣੀ ਤਾਂ ਕਾ ਮਨ ਲਾਗ। ਜਾਂ ਕੈ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਹਰਿ ਪ੍ਰਭ ਚੀਤ। ਨਾਮ ਸੰਗ ਮਨ ਪ੍ਰੀਤ ਨ ਲਾਵੈ, ਕੋਟ ਕਰਮ ਕਰ ਤੋ ਨਰਕ ਜਾਵੈ। ਮਾਇਆ ਮਮਤਾ ਮਾਇਆ ਹੈ ਬਹੁ ਰੰਗੀ, ਬਿਨ ਨਾਵੈ ਕੋ ਸਾਥ ਨ ਸੰਗੀ। ਨਿਤ ਉਠ ਗਾਵੋ ਪ੍ਰਭ ਕੀ ਬਾਣੀ, ਆਠ ਪਹਿਰ ਹਰ ਸਿਮਰੋ ਪ੍ਰਾਣੀ। ਨਿਤ ਉਠ ਗਾਵੋ ਪ੍ਰਭ ਕੀ ਬਾਣੀ, ਆਠ ਪਹਿਰ ਹਰ ਸਿਮਰੋ ਪ੍ਰਾਣੀ। ਪੰਚਮ ਗੁਰਦੇਵ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੁਆਰਾ ਬਖਸ਼ੀ ਹੋਈ ਉਚਾਰੀ ਗਈ ਇਹ ਪਵਿੱਤਰ ਬਾਣੀ ਸੁਖਮਨੀ ਸਾਹਿਬ, ਜਿਹਦੀ ਵਿਚਾਰ ਆਪਾਂ ਆਪਣੀ ਤੁੱਛ ਬੁੱਧੀ ਦੁਆਰਾ, ਹਕੀਰ ਬੁੱਧੀ ਦੁਆਰਾ ਸੰਗਤ ਦੇ ਨਾਲ ਸਾਂਝੀ ਕਰ ਰਿਹਾ ਹਾਂ। ਸਾਧ ਸੰਗਤ ਜੀਓ, ਫਤਿਹ ਗਜਾਈਏ ਗੁਰੂ ਦੁਆਰਾ ਬਖਸ਼ੀ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਗੇ ਵਧਾਈਏ ਵਿਚਾਰ ਨੂੰ ਸਾਧ ਸੰਗਤ ਜੀਓ। ਸ਼ਲੋਕ। ਜੀ ਜੰਤ ਕੇ ਠਾਕੁਰਾ ਆਪੇ ਬਰਤਨਹਾਰ, ਨਾਨਕ ਏਕੋ ਪਸਰਿਆ ਦੂਜਾ ਕਹਿ ਦਿਸਟਾਰ। ਅਸ਼ਟਪਦੀ। ਆਪ ਕਥੈ ਆਪ ਸੁਨੈ ਹਾਰ, ਆਪੈ ਏਕ ਆਪ ਵਿਸਥਾਰ। ਜਾਂ ਤਿਸ ਭਾਵੈ ਤਾਂ ਸ੍ਰਿਸ਼ਟ ਉਪਾਏ, ਆਪਣੇ ਭਾਣੈ ਲਏ ਸਮਾਏ। ਤੁਮ ਤੇ ਭਿੰਨ ਨਹੀਂ ਕਿਛ ਹੋਏ, ਆਪਨ ਸੂਤ ਸਭ ਜਗਤ ਪਰੋਏ। ਜਾਂ ਕੋ ਪ੍ਰਭ ਜਿਉ ਆਪ ਬੁਝਾਏ, ਸਚ ਨਾਮ ਸੋਈ ਜਨ ਪਾਏ। ਸੋ ਸਮਦਰਸੀ ਤਤ ਕਾ ਵੇਤਾ, ਨਾਨਕ ਸਗਲ ਸ੍ਰਿਸ਼ਟ ਕਾ ਜੇਤਾ। ਜੀ ਜੰਤਰ ਸਭ ਤਾਕੈ ਹਾਥ, ਦੀਨ ਦਇਆਲ ਅਨਾਥ ਕੋ ਨਾਥ। ਜਿਸ ਰਾਖੈ ਤਿਸ ਕੋਇ ਨ ਮਾਰੈ, ਸੋ ਮੂਆ ਜਿਸ ਮਨੋ ਵਿਸਾਰੈ। ਤਿਸ ਤਜ ਅਵਰ ਕਹਾਂ ਕੋ ਜਾਏ, ਸਭ ਸਿਰ ਏਕ ਨਿਰੰਜਨ ਰਾਏ। ਜੀ ਕੀ ਜੁਗਤ ਜਾਂ ਕੈ ਸਭ ਹਾਥ, ਅੰਤਰ ਬਾਹਰ ਜਾਨੋ ਸਾਥ। ਗੁਣ ਨਿਧਾਨ ਬੇਅੰਤ ਅਪਾਰ, ਨਾਨਕ ਦਾਸ ਸਦਾ ਬਲਿਹਾਰ। ਪੂਰਨ ਪੂਰ ਰਹੇ ਦਇਆਲ, ਸਭ ਉਪਰ ਹੋਵਤ ਕਿਰਪਾਲ। ਆਪਣੇ ਕਰਤਵ ਜਾਣੈ ਆਪ, ਅੰਤਰਜਾਮੀ ਰਹਿਓ ਬਿਆਪ। ਪ੍ਰਤਪਾਲੈ ਜੀਨ ਬਹੁ ਭਾਂਤ, ਜੋ ਜੋ ਰਚਿਓ ਸੋ ਤਿਸੈ ਧਿਆਤ। ਤਿਸ ਜਿਸ ਪਾਵੈ ਤਿਸ ਲਏ ਮਿਲਾਏ, ਭਗਤ ਕਰੈ ਹਰਿ ਕੇ ਗੁਣ ਗਾਏ। ਮਨ ਅੰਤਰ ਵਿਸ਼ਵਾਸ ਕਰ ਮਾਨਿਆ, ਕਰਨਹਾਰ ਨਾਨਕ ਇਕ ਜਾਣਿਆ। ਜਨ ਲਾਗਾ ਹਰ ਏਕੈ ਨਾਏ, ਤਿਸ ਕੀ ਆਸ ਨ ਬਿਰਥੀ ਜਾਏ। ਸੇਵਕ ਕੋ ਸੇਵਾ ਬਨ ਆਈ, ਹੁਕਮ ਬੂਝ ਪਰਮ ਪਦ ਪਾਈ। ਇਸ ਤੇ ਉਪਰ ਨਹੀਂ ਵਿਚਾਰ, ਜਾਂ ਕੈ ਮਨ ਵਸਿਆ ਨਿਰੰਕਾਰ। ਬੰਧਨ ਤੋਰ ਭਏ ਨਿਰਵੈਰ, ਅਨਦਿਨ ਪੂਜੈ ਗੁਰ ਕੇ ਪੈਰ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੈ ਮੇਲੇ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੈ ਮੇਲੇ। ਸਤਿਗੁਰਾਂ ਦੁਆਰਾ ਸਾਜੀ ਨਵਾਜੀ ਬਖਸ਼ੀ ਹੋਈ ਸਾਧ ਸੰਗਤ ਜੀਓ, ਗੁਰਬਾਣੀ ਵਿਚਾਰਦੇ ਗੁਰਮੁਖ ਪਤਵੰਤਿਓ, ਗੁਰੂ ਸਾਹਿਬ ਜੀ ਦੀ ਵਿਚਾਰ ਨੂੰ ਅੱਗੇ ਤੋਰੀਏ। ਆਪਣੀ ਤੁੱਛ ਬੁੱਧੀ ਅਨੁਸਾਰ ਬਾਰ-ਬਾਰ ਦੱਸ ਰਿਹਾ ਇਹ ਬਾਤ ਕਹਿ ਰਿਹਾ, ਕਿਉਂਕਿ ਇੰਨੀ ਉਚਾਈ ਵਾਲੀ ਬਾਣੀ ਅਰਸ਼ਾਂ ਤੋਂ ਆਈ ਹੋਈ, ਅਸੀਂ ਫਾਰਸੀ ਜੀਵ ਉਹਦੇ ਬਾਰੇ 'ਚ ਕਿਆ ਜਾਣ ਸਕਦੇ ਹਾਂ। ਜਿੰਨਾ ਕੁ ਜਾਣੇ ਜਾਂ ਜਿੰਨੀ ਕੁ ਉਹਦੀ ਰਹਿਮਤ ਹੋਈ ਹੈ, ਉਨੀ ਕੁ ਆਪ ਜੀ ਨਾਲ ਸਾਂਝੀ ਹੈ। ਬਾਕੀ ਹੋਰ ਬਹੁਤ ਕੁਛ ਹੈ ਇਸ ਤੋਂ ਅੱਗੇ ਵੀ, ਇਹ ਭੰਡਾਰ ਮੁੱਕਣ ਵਾਲਾ ਨਹੀਂ ਹੈ। ਜਿਹਨੂੰ ਉਹ ਬਖਸ਼ੇ ਉਹ ਠੀਕ ਹੈ, ਕੁਛ ਨਾ ਕੁਛ ਉਹਦਾ ਬਿਆਨ ਕਰਦਾ, ਪਰ ਸਮੁੱਚਾ ਸੱਚ ਉਹ ਬਿਆਨ ਕਰ ਸਕੇ ਇਹ ਜੀਵ ਨਹੀਂ ਕਰ ਸਕਦੀ।
ਜੇ ਸਾਰੇ ਰੋਮ ਵੀ ਜੀਭਾਂ ਬਣਾ ਦੇਵੇ ਵਾਹਿਗੁਰੂ, ਸਾਰੀ ਧਰਤੀ ਕਾਗਜ਼ ਬਣਾ ਦੇਵੇ, ਸਾਰੇ ਦਰਖਤ ਬਨਸਪਤੀ ਨੂੰ ਕਲਮਾ ਬਣਾ ਦੇਵੇ, ਤਾਂ ਵੀ ਉਹਦਾ ਜਸ ਨਹੀਂ ਲਿਖਿਆ ਜਾ ਸਕਦਾ, ਕਰਿਆ ਹੀ ਨਹੀਂ ਜਾ ਸਕਦਾ ਰਸਨਾ ਦੇ ਨਾਲ। ਤਾਂ ਫਿਰ ਚਲੋ ਆਪਾਂ ਥੋੜ੍ਹੀ ਬਹੁਤ ਜਿੰਨੀ ਕੁ ਸਮਰੱਥਾ ਉਹਨੇ ਦਿੱਤੀ ਹੈ ਉਨੀ ਕੁ ਵਿਚਾਰ ਕਰੀ ਦੀ ਹੈ। ਪਹਿਲੀ ਗੱਲ ਇਹ ਸਾਧ ਸੰਗਤ ਜੀ, ਉਹ ਪੜ੍ਹਨੇ ਦੀ ਉਹ ਗੱਲ ਆਉਂਦੀ ਹੈ, ਕਈ ਵਾਰ ਵਿਚਾਰ ਕਰ ਲਈ ਹੋਰ ਥੋੜ੍ਹੀ ਜਿਹੀ ਡਿਟੇਲ, ਕਿਉਂਕਿ ਜਿੰਨਾ ਚਿਰ ਆਪਣੇ ਸਾਹਮਣੇ ਸਾਰੇ ਪੱਖ ਨਹੀਂ ਹੁੰਦੇ, ਜਿਵੇਂ ਕੱਲ੍ਹ ਮੌਨ ਦੀ ਗੱਲ ਕਰੀ ਸੀ, ਤੋ ਜਿੰਨਾ ਚਿਰ ਆਪਾਂ ਉਹਨਾਂ ਨੂੰ ਸਮਝਾਂਗੇ ਨਹੀਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਚਾਰੇ ਚਾਰੇ ਪੱਖ ਸਾਹਮਣੇ ਨਹੀਂ ਆਉਂਗੇ, ਵਿਚਾਰ ਅਧੂਰੀ ਰਹਿ ਜਾਂਦੀ ਹੈ। ਫਿਰ ਆਪਾਂ ਉਸ ਝਰੋਖੇ 'ਚੋਂ ਨਿਰਣਾ ਕਰ ਬੈਠਦੇ ਹਾਂ ਜਿਹੜਾ ਪੂਰਾ ਨਹੀਂ ਹੁੰਦੀ ਗੱਲ। ਕਿਵੇਂ? ਮੂਰਖ ਪੜ੍ਹ ਪੜ੍ਹ ਦੂਜਾ ਭਾਉ ਦ੍ਰਿੜਾਇਆ। ਇੱਕ ਸਿੰਪਲ ਬੰਦਾ ਪੜ੍ਹਦਾ, ਪੜ੍ਹੀ ਜਾ ਰਿਹਾ, ਉਹਨੂੰ ਕੋਈ ਪਤਾ ਨਹੀਂ ਮੈਂ ਕਿਆ ਪੜ੍ਹਦਾ, ਪੜ੍ਹੀ ਜਾ ਰਿਹਾ, ਸਾਰੀ ਉਮਰ ਪੜ੍ਹੀ ਜਾ ਰਿਹਾ। 80 ਸਾਲ ਦਾ ਬਾਬਾ ਪੜ੍ਹੀ ਜਾ ਰਿਹਾ ਤੇ ਦੀਵਾ ਚੱਕ ਕੇ ਮਾੜੀਆਂ 'ਚ ਮੱਥੇ ਵੀ ਟੇਕਦਾ ਫਿਰਦਾ, ਜੋਸੀਆਂ ਦੇ ਨਗ ਵੀ ਪਾਉਂਦਾ ਫਿਰਦਾ। ਉਹ ਕਾਹਤੋਂ ਹੈ? ਕਿਉਂਕਿ ਜੋ ਪੜ੍ਹਿਆ ਉਹਦਾ ਪਤਾ ਹੀ ਨਹੀਂ ਵੀ ਮੈਂ ਕਿਆ ਪੜ੍ਹਿਆ, ਇਹ ਏਕੇ ਦਾ ਹੀ ਨਹੀਂ ਪਤਾ ਪਹਿਲਾਂ। ਤੋ ਇੱਕ ਤਾਂ ਹੈਗੀ ਇਹ ਪੜ੍ਹਾਈ। ਦੂਜੀ ਪੜ੍ਹਾਈ ਹੈ ਬਿਟਵੀਨ ਦਾ ਲਾਈਨਸ। ਸਤੋਗੁਣੀ ਲੋਕ ਜਿਹੜੇ, ਜਿਹਦੇ 'ਚ ਕਥਾਵਾਚਕ ਵੀ ਆਉਂਦੇ ਅਸੀਂ ਸਭ ਲੋਕ, ਉਹ ਅੱਖਰਾਂ ਦੇ ਅਨੁਸਾਰ ਅਰਥ ਕਰਦੇ ਹਾਂ ਗੁਰਬਾਣੀ ਦੇ। ਨਾ ਜਿਹੜਾ ਇੱਕ ਪੜ੍ਹਦਾ ਬੰਦਾ ਨਹੀਂ ਜਾਣਦਾ ਕੁਛ ਵੀ ਅਰਥ ਭੇਦ, ਉਹਦੇ ਨਾਲੋਂ ਤਾਂ ਉਹ ਬਹੁਤ ਚੰਗੇ ਹੈ। ਕਿਉਂਕਿ ਗੁਰਬਾਣੀ ਦੀ ਸਤੋਗੁਣ ਪੜ੍ਹਾਈ ਦੇ ਨਾਲ, ਅਰਥਾਂ ਦੇ ਨਾਲ, ਬੰਦੇ ਦਾ ਜਿਹੜਾ ਬਾਹਰਲਾ ਭਰਮ ਹੈ, ਬਾਹਰਲਾ ਜਿਹੜੀ ਡੁਐਲਿਟੀ ਹੈ, ਮਨ ਬਾਹਰ ਨੂੰ ਧਾਉਂਦਾ ਨੱਠਦਾ ਭੱਜਦਾ, ਉਹ ਖਤਮ ਹੋ ਜਾਂਦਾ। ਸਮਝ ਆ ਜਾਂਦੀ ਹੈ ਵੀ ਇਹਨਾਂ ਗੱਲਾਂ ਵਿੱਚ ਤਾਂ ਕੁਛ ਹੈ ਹੀ ਨਹੀਂ। ਲੇਕਿਨ ਸਾਧ ਸੰਗਤ ਜੀ, ਉਹ ਜਿਹੜੀ ਅੰਦਰਲੀ ਧਾਈ ਹੈ, ਮਨ ਜਿਹੜਾ ਭੱਜਦਾ ਨੱਠਦਾ ਆਲੇ ਦੁਆਲੇ ਨੂੰ, ਮੈਂ ਔਰ ਮੇਰੀ ਦਾ ਜਿਹੜਾ ਖਿਆਲ ਹੈ, ਉਹ ਸਿਮਰਨ ਬਿਨਾਂ, ਭਗਤੀ ਬਿਨਾਂ ਜਾਂਦਾ ਨਹੀਂ। ਔਰ ਉਹਦੇ ਖਾਤਰ ਬਿਹਾਈਂਡ ਦਾ ਲਾਈਨ ਜਾਣਾ ਪੈਂਦਾ ਗੁਰਬਾਣੀ ਦੇ। ਬਿਹਾਈਂਡ ਦਾ ਲਾਈਨ ਯਾਨੀ ਲਾਈਨਾਂ ਦੇ ਪਿੱਛੇ ਜੋ ਕੁਛ ਹੁੰਦਾ, ਜਿਹੜਾ ਉਹਦਾ ਭਾਵ ਹੁੰਦਾ। ਜਿਵੇਂ ਸਾਧ ਸੰਗਤ ਜੀ, ਉਹ ਗੁਰਮੁਖ ਬੁੱਢੇ ਕਦੇ ਨਹੀਂ ਜਿਨ੍ਹਾਂ ਅੰਤਰ ਸੁਰਤ ਗਿਆਨ। ਹੁਣ ਅੱਖਰੀ ਅਰਥ ਇਹੀ ਕਹਿ ਰਹੇ ਆ ਵੀ ਗੁਰਮੁਖ ਕਦੇ ਬੁੱਢੇ ਹੀ ਨਹੀਂ ਹੁੰਦੇ। ਗੁਰੂ ਨਾਨਕ ਪਾਤਸ਼ਾਹ ਦਾ ਵੀ ਆਪਾਂ ਨੂੰ ਪਤਾ ਹੈ, ਚਿੱਟਾ ਦਾੜਾ ਦੇਖਿਆ ਆਪਾਂ ਨੇ ਉਹਨਾਂ ਦਾ। ਗੁਰੂ ਅਮਰਦਾਸ ਜੀ 95 ਸਾਲ ਦੀ ਉਮਰ ਤੱਕ ਇਸ ਖਿਆਤੀ 'ਚ ਰਹੇ ਹੈ। ਤੋ ਇਹਦਾ ਭਾਵ ਕੁਛ ਹੋਰ ਹੈ, ਉਹ ਬਿਹਾਈਂਡ ਦਾ ਲਾਈਨ ਹੈ। ਜੇ ਆਪਾਂ ਇਹਨੂੰ ਅੱਖਰੀ ਅਰਥ ਲਵਾਂਗੇ ਤਾਂ ਗੱਲ ਬਣੇਗੀ ਉਹ ਨਹੀਂ। ਇੱਕ ਅੰਗਰੇਜ਼ੀ 'ਚ ਕਹਾਵਤ ਹੈ ਬਈ ਜਿਹੜਾ ਬੁਢਾਪਾ ਹੈ ਇਹ ਮੈਂਡੇਟਰੀ ਹੈ। ਮੈਂਡੇਟਰੀ ਤੋਂ ਮਤਲਬ ਹੈ ਵੀ ਇਹਨੇ ਆਉਣਾ ਹੀ ਆਉਣਾ ਹੈ। ਲੇਕਿਨ ਜਿਹੜਾ ਇਸ ਬੁਢਾਪੇ ਨੂੰ ਫੀਲ ਕਰਨਾ ਹੈ ਉਹ ਆਪਸ਼ਨਲ ਹੈ। ਗੈਟਿੰਗ ਓਲਡ ਇਜ਼ ਮੈਂਡੇਟਰੀ। ਬੁਢਾਪਾ ਆਉਣਾ ਮੈਂਡੇਟਰੀ ਹੈ, ਸਭ 'ਤੇ ਆਉਣਾ ਹੈ, ਸਰੀਰ ਕਰਕੇ ਆਉਣਾ ਹੈ। ਲੇਕਿਨ ਫੀਲਿੰਗ ਓਲਡ ਇਜ਼ ਆਪਸ਼ਨਲ। ਜਿਹੜਾ ਫੀਲ ਕਰਨਾ ਵੀ ਮੈਂ ਬੁੱਢਾ ਹੋ ਗਿਆ ਉਹ ਆਪਸ਼ਨਲ ਹੈ। ਉਹ ਕੋਈ ਕਰਦਾ, ਕੋਈ ਨਹੀਂ ਵੀ ਕਰਦਾ। ਗੁਰਮੁਖ ਕਦੇ ਨਹੀਂ ਕਰਦਾ ਫੀਲ ਵੀ ਮੈਂ ਬੁੱਢਾ ਹੋ ਗਿਆ, ਕਿਉਂਕਿ ਗੁਰਮੁਖ ਬੁੱਢੇ ਕਦੇ ਨਹੀਂ ਜਿਨ੍ਹਾਂ ਅੰਤਰ ਸੁਰਤ ਗਿਆਨ। ਸੁਰਤ ਦੇ ਤੌਰ 'ਤੇ ਉਹ ਬਹੁਤ ਉੱਚੇ ਰਹਿੰਦੇ। 95 ਸਾਲ ਦੀ ਉਮਰ 'ਚ ਜਦੋਂ ਸਾਰੇ ਅੰਗ ਪੈਰ ਜਵਾਬ ਦੇ ਜਾਂਦੇ ਗਿਆਨ ਇੰਦਰੇ, ਉਦੋਂ ਵੀ ਗੁਰਿਆਈ ਕਰੀ ਗੁਰੂ ਅਮਰਦਾਸ ਜੀ ਨੇ। ਔਰ ਉਹਨਾਂ ਨੇ ਪਰਖਾਂ ਉਹ ਕਰੀਆਂ ਜਿਹੜਾ ਬੰਦੇ ਦੀ ਬੁੱਧੀ ਹੈਰਾਨ ਹੋ ਜਾਂਦੀ ਹੈ। ਆਪਣੇ ਜਵਾਈਆਂ ਦੀ ਪਰਖ ਥੜਾ ਬਣਾਉਣ 'ਤੇ ਕਰਵਾਈ, ਕਿਵੇਂ ਕਰੀ। ਸੰਸਾਰ ਦੀ ਬੁੱਧੀ ਹੋਰ ਹੈ, ਗੁਰੂ ਦੀ ਜਿਹੜੀ ਆਤਮ ਪ੍ਰਕਾਸ਼ ਹੁੰਦਾ ਬੁੱਧੀ ਦੇ ਵਿੱਚ, ਵਿਵੇਕ ਬੁੱਧ ਹੁੰਦੀ ਹੈ, ਉਹ ਚੀਜ਼ ਬਿਲਕੁਲ ਜੁਦੀ ਹੁੰਦੀ ਹੈ। 8 ਸਾਲ ਦੇ ਕ੍ਰਿਸ਼ਨ ਜੀ, ਬਾਲਾ ਜੀ, ਬਾਲਾ ਪ੍ਰੀਤਮ, 8 ਸਾਲ ਦੇ ਬੱਚੇ ਨੂੰ ਕਿੰਨੀ ਕੁ ਸਮਝ ਹੁੰਦੀ ਹੈ ਦੁਨੀਆ ਦੇ ਵਿੱਚ। ਲੇਕਿਨ ਜਿੱਥੇ ਗੁਰਿਆਈ ਵਸ ਰਹੀ ਹੈ, ਜਿੱਥੇ ਅੰਦਰ ਨਾਮ ਦਾ ਪ੍ਰਕਾਸ਼ ਹੋ ਗਿਆ, ਉਹਦੀਆਂ ਗੱਲਾਂ ਹੀ ਫਿਰ ਕਿਆ ਹੈ। ਉਹਦੇ ਅੰਦਰ ਸਭ ਕੁਛ ਆਲਰੇਡੀ ਵਰਤ ਰਿਹਾ ਹੁੰਦਾ, ਜਿਹੜਾ ਸਾਨੂੰ ਪਤਾ ਤੱਕ ਵੀ ਨਹੀਂ ਹੁੰਦਾ, ਉਹ 8 ਸਾਲ ਦੇ ਬਾਲਾ ਪ੍ਰੀਤਮ ਦੇ ਅੰਦਰ ਵਰਤ ਰਿਹਾ। ਤੋ ਚਲੋ ਵਿਚਾਰ ਨੂੰ ਅੱਗੇ ਚਲਾਈਏ। ਜੀ ਜੰਤ ਕੇ ਠਾਕੁਰਾ ਆਪੇ ਵਰਤਨਹਾਰ। ਹੇ ਜੀਵ ਜੰਤਾਂ ਦੇ ਮਾਲਕਾ, ਤੂੰ ਆਪੇ ਵਰਤ ਰਿਹਾ ਸਾਰੀ ਸ੍ਰਿਸ਼ਟੀ 'ਚ। ਨਾਨਕ ਇੱਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ। ਇੱਕੋ ਹੀ ਦਾ ਹੀ ਪਸਾਰਾ ਹੈ ਸਾਰਾ ਹੀ, ਦੂਜਾ ਤਾਂ ਦ੍ਰਿਸ਼ਟੀ ਨਜ਼ਰ ਆਉਂਦਾ ਹੀ ਨਹੀਂ ਕੋਈ। ਇਹ ਭਗਤਾਂ ਦੀ ਅਵਸਥਾ ਹੈ, ਗੁਰੂ ਸਾਹਿਬਾਨਾਂ ਦੀ ਅਵਸਥਾ ਹੈ ਵੀ ਸਾਰਾ ਇੱਕੋ ਹੀ ਹੈ। ਸਭ ਤੂੰ ਹੀ ਹੈ, ਤੂੰ ਹੀ ਹੈ, ਤੂੰ ਹੀ ਹੈ। ਸਭ ਬ੍ਰਹਮ ਹੈ, ਸਭ ਬ੍ਰਹਮ ਹੈ, ਸਭ ਬ੍ਰਹਮ ਹੈ। ਅਸ਼ਟਪਦੀ। ਆਪ ਕਥਾ ਆਪ ਸੁਣਨੇ ਹਾਰ। ਤੂੰ ਆਪੇ ਬੋਲ ਰਿਹਾ ਹੈ, ਆਪੇ ਸੁਣ ਰਿਹਾ ਹੈ।
ਦੇਖੋ ਕਿੰਨੀ ਨਿਰਾਲੀ ਚੀਜ਼ ਹੈ। ਬੁੱਧੀ ਕਿਵੇਂ ਮੰਨੂਗੀ ਇਸ ਗੱਲ ਨੂੰ? ਜਾਂ ਬੰਦਾ ਕਥਾ ਕਰੂਗਾ ਜਾਂ ਬੈਠ ਕੇ ਸੁਣੂਗਾ, ਇੱਕੋ ਕੰਮ ਕਰੂਗਾ। ਲੇਕਿਨ ਪਰਮਾਤਮਾ ਸਭ ਕੁਛ ਹੈ। ਆਪਾਂ ਦੁਨੀਆਦਾਰੀ ਦੇ ਵਿੱਚ ਜਾਂ ਬਾਪ ਹੋ ਸਕਦੇ ਹਾਂ, ਜਾਂ ਬੱਚਾ ਹੋ ਸਕਦੇ ਹਾਂ, ਜਾਂ ਘਰ ਵਾਲੀ ਹੋ ਸਕਦੇ ਹਾਂ, ਜਾਂ ਕਿਸੇ ਦੀ ਮਾਤਾ ਹੋ ਸਕਦੇ ਹਾਂ, ਜਾਂ ਕੋਈ ਚਾਚਾ ਤਾਇਆ ਹੋ ਸਕਦੇ ਹਾਂ। ਲੇਕਿਨ ਪਰਮਾਤਮਾ ਔਰ ਗੁਰੂ ਸਭ ਕੁਛ ਹੈ। ਉਹਨੂੰ ਮਾਧੁਰਜ ਭਾਵ ਕਹਿੰਦੇ ਸੰਸਕ੍ਰਿਤ ਵਿੱਚ। ਮਾਧੁਰਜ, ਮਾਧੁਰਜ ਭਾਵ ਦਾ ਮਤਲਬ ਹੈ ਵੀ ਤੂੰ ਮੇਰਾ ਪਿਤਾ ਵੀ ਹੈ, ਤੂੰ ਮੇਰੀ ਮਾਤਾ ਵੀ ਹੈ, ਤੂੰ ਮੇਰਾ ਬੰਧਵ ਵੀ ਹੈ, ਤੂੰ ਮੇਰਾ ਸਖਾ ਵੀ ਹੈ, ਤੂੰ ਸਭ ਕੁਛ ਹੈ, ਤੂੰ ਮੇਰਾ ਉਸਤਾਦ ਵੀ ਹੈ। ਇਹ ਹੈ ਜਿਹੜੀ ਗੁਰੂ ਸਾਹਿਬ ਦੀ ਜਿਹੜੀ ਉਹਨਾਂ ਦੀ ਜੋ ਉਹਨਾਂ ਨੂੰ ਬਾਣ ਆਉਂਦੀ ਹੈ। ਉਹ ਸਭ ਕੁਛ ਹੀ ਹੁੰਦਾ ਜਿਹੜਾ ਗੁਰੂ ਹੁੰਦਾ, ਜਾਂ ਕੋਈ ਪੂਰਾ ਸੰਤ ਹੋਵੇ, ਉਹ ਸਭ ਕੁਛ ਉਹੀ ਹੁੰਦਾ, ਆਪੇ ਆਪ ਹੁੰਦਾ। ਜਾਂ ਤਿਸ ਭਾਵੈ ਤਾਂ ਸ੍ਰਿਸ਼ਟੋ ਭਾਵੈ। ਜੇ ਉਹਨੂੰ ਭਾਉਂਦਾ ਹੈ ਤਾਂ ਇਹ ਸ੍ਰਿਸ਼ਟੀ ਨੂੰ ਉਹਨੇ ਬਣਾ ਕੇ ਰੱਖ ਦਿੱਤਾ, ਸਾਜ ਦਿੱਤਾ। ਜਦ ਜੀ ਕਰਨਾ ਉਹਨੇ ਫੇਰ ਇਕੱਠੀ ਕਰ ਲੈਣੀ। ਕੱਲ ਵਿਚਾਰ ਆਈ ਸੀ, ਜਬ ਉਦਕਰਖ ਕਰਤ ਹੋ ਕਬਹੂ ਆਪਣੇ ਭਾਣੇ ਲਏ ਸਮਾਏ। ਜਦ ਜੀ ਕਰਦਾ ਇਹ ਸ੍ਰਿਸ਼ਟੀ ਨੂੰ ਇਕੱਠੀ ਕਰ ਲੈਣਾ, ਆ ਕਰਖ ਕਰ ਦਿੰਦਾ। ਜਦ ਜੀ ਕਰਦਾ ਉਦਕਰਖ ਕਰ ਲੈਣਾ। ਕਿਸੇ ਨੂੰ ਕੋਈ ਪਤਾ ਨਹੀਂ ਵੀ ਤੂੰ ਕਿਆ ਚੀਜ਼ ਹੈ, ਕਿਉਂਕਿ ਤੇਰੇ ਵਰਗਾ ਕੋਈ ਹੋਵੇ ਤਾਂ ਜਾਣੇ। ਤੁਮ ਤੇ ਪਿੰਨ ਨਹੀਂ ਕਿਛ ਹੋਏ, ਤੇਤੋਂ ਬਾਹਰ ਕੁਛ ਹੈ ਹੀ ਨਹੀਂ ਹੈ। ਆਪਨ ਸੂਤ ਸਭ ਜਗਤ ਪਰੋਏ। ਤੈਂ ਆਪਣੇ ਤਾਗੇ 'ਚ ਸਾਰੇ ਜਗਤ ਨੂੰ ਪਰੋ ਕੇ ਰੱਖਿਆ ਹੋਇਆ। ਜੇ ਕੋਈ ਨਾਸਤਿਕ ਵੀ ਹੈ ਤਾਂ ਵੀ ਉਹ ਤੇਰਾ ਹੀ ਹੈ, ਤੈਂ ਹੀ ਉਹਨੂੰ ਉੱਧਰ ਲਾਇਆ ਹੋਇਆ। ਜਿਹੜਾ ਸ਼ੁਕਰ ਪ੍ਰੋਹਤ ਹੋਇਆ ਦੈਂਤਾਂ ਦਾ ਗੁਰੂ, ਉਹ ਵੀ ਤਾਂ ਤੇਰਾ ਹੀ ਸੀਗਾ। ਚਾਰਵਾਕ ਵੀ ਤੇਰਾ ਹੀ ਸੀਗਾ। ਤੇ ਜਿਹੜੇ ਪੂਰੇ ਆਸਤਕ ਹੈ, ਗੁਰੂ ਸਾਹਿਬਾਨ ਹੋਏ ਹੈ, ਭਗਤ ਸਾਹਿਬਾਨ ਜਿਹੜੇ ਬਾਣੀ ਦੇ ਵਿੱਚ ਵੀ ਵਿਰਾਜਮਾਨ ਹੈ, ਉਹ ਵੀ ਤੇਰੇ ਹੈ। ਜੋਤ ਤਾਂ ਤੇਰੀ ਵਰਤ ਰਹੀ ਹੈ, ਤੈਂ ਹੀ ਕਲਾ ਖੇਡੀ ਹੋਈ ਹੈ ਸਾਰੀ। ਰਾਵਣ ਵੀ ਤੂੰ ਹੀ ਹੈ, ਰਾਮਚੰਦਰ ਜੀ ਵੀ ਤੂੰ ਹੀ ਹੈ। ਤੇਰਾ ਖੇਡ ਹੈ, ਪ੍ਰਪੰਚ ਹੈ। ਤੋ ਇਹ ਗੱਲ ਦੀ ਸਮਝ ਉਦੋਂ ਆਊਗੀ ਜਦੋਂ ਬੰਦੇ ਦੇ ਅੰਦਰ ਨਾਮ ਪ੍ਰਗਟ ਉਹ ਕਰ ਦੇਵੇ। ਅਦਰਵਾਈਜ਼ ਕਿੱਥੇ ਆਉਂਦੀ ਨਾ ਚੀਜ਼ਾਂ ਦੀ ਸਮਝ? ਬੰਦਾ ਬੁੱਧੀ ਨਾਲ ਸੋਚਦਾ, ਬੁੱਧੀ ਨਾਲ ਨਹੀਂ ਸਮਝ ਆ ਸਕਦੀਆਂ, ਵਿਵੇਕ ਨਾਲ ਸਮਝ ਆ ਸਕਦੀਆਂ, ਜੇ ਉਹ ਵਿਵੇਕ ਬਖਸ਼ੇ ਤਾਂ। ਤੁਮ ਤੇ ਭਿੰਨ ਨਹੀਂ ਕਿਛ ਹੋਏ, ਆਪਨ ਸੂਤ ਸਭ ਜਗਤ ਪਰੋਏ। ਜਾਂ ਕੋ ਪ੍ਰਭ ਜੀਓ ਆਪ ਬੁਝਾਏ, ਸੱਚ ਨਾਮ ਸੋਈ ਜਨ ਪਾਏ। ਜਿਹਨੂੰ ਉਹ ਆਪ ਬੁਝਾਉਂਦਾ ਹੈ, ਕਿਰਪਾ ਕਰਦਾ ਹੈ, ਜਿਹੜਾ ਬੁੱਝਣ ਲੱਗ ਪੈਂਦਾ ਹੈ, ਸੱਚ ਨਾਮ ਸੋਈ ਜਨ ਪਾਏ, ਉਸੇ ਨੂੰ ਨਾਮ ਮਿਲਦਾ ਸੱਚਾ। ਅਸੀਂ ਲੋਕ ਤਾਂ ਨਾਮ ਦਾ ਉੱਪਰੋਂ ਦਿਖਾਵਾ ਹੀ ਕਰ ਰਹੇ ਹਾਂ। ਨਾਮ ਪ੍ਰਾਪਤ ਹੋਣਾ ਤਾਂ ਦੁਰਲੱਭ ਵਸਤੂ ਹੈ। ਇਹ ਗੁਰੂ ਤੋਂ ਬਿਨਾਂ ਪ੍ਰਾਪਤੀ ਹੋ ਹੀ ਨਹੀਂ ਸਕਦੀ। ਗੁਰੂ ਕਦੋਂ ਮਿਲਣਾ ਹੈ? ਜਦੋਂ ਹਉਮੈ ਟੁੱਟਣੀ ਹੈ। ਜਦੋਂ ਜਿੰਨਾ ਚਿਰ ਹਉਮੈ ਨਹੀਂ ਤੋੜਦਾ ਗੁਰੂ ਪ੍ਰਾਪਤ ਨਹੀਂ ਹੁੰਦਾ ਕਦੇ ਵੀ। ਔਰ ਜਿਹਨੂੰ ਗੁਰੂ ਮਿਲ ਗਿਆ ਉਹਦਾ ਲੇਖਾ ਮੁੱਕ ਜਾਂਦਾ। ਫਿਰ ਗੁਰਬਾਣੀ ਦਾ ਫਰਮਾਨ ਹੈ, ਨਾਨਕ ਜਿਨ ਕੋ ਸਤਿਗੁਰ ਮਿਲਿਆ ਤਿਨਕਾ ਲੇਖਾ ਨਿਬੜਿਆ। ਉਹਦਾ ਲੇਖਾ ਖਤਮ ਹੋ ਜਾਂਦਾ। ਫਿਰ ਉਦੋਂ ਸਮਝ ਆਉਣੀ ਹੈ ਨਾ ਸਭ ਚੀਜ਼ਾਂ ਦੀ। ਨਹੀਂ ਸਮਝ ਕਿੱਥੇ ਆਉਂਦੀ ਹੈ? ਜੇ ਉਹਦੀ ਕਿਰਪਾ ਹੋ ਜੇ ਤਾਂ। ਸੋ ਸਮਦਰਸੀ ਤਤ ਕਾ ਬੇਤਾ, ਉਹ ਸਮਦ੍ਰਿਸ਼ਟ ਹੋ ਜਾਂਦਾ ਹੈ, ਤਤ ਦਾ ਗਿਆਤਾ ਹੋ ਜਾਂਦਾ ਹੈ। ਤਤ ਮੀਨਜ਼ ਰੱਬ, ਜਿਹਨੂੰ ਫਾਰਸੀ 'ਚ ਹੱਕ ਕਹਿੰਦੇ। ਹੱਕ ਰੱਬ ਦਾ ਦੂਜਾ ਨਾਮ ਹੈ, ਸੱਚ ਦਾ ਦੂਜਾ ਨਾਮ ਹੈ। ਨਾਨਕ ਸਗਲ ਸ੍ਰਿਸ਼ਟ ਕਾ ਜੇਤਾ, ਉਹ ਸਾਰੀ ਸ੍ਰਿਸ਼ਟੀ ਨੂੰ ਜਿੱਤ ਲੈਂਦਾ ਹੈ। ਮਨ ਜੀਤੈ ਜਗ ਜੀਤ। ਸ੍ਰਿਸ਼ਟੀ ਨਹੀਂ ਜਿੱਤੀ ਜਾਂਦੀ ਕਿਸੇ ਤੋਂ ਵੀ, ਲੇਕਿਨ ਜਿਹੜਾ ਸੰਤ ਹੈ ਉਹ ਸ੍ਰਿਸ਼ਟੀ ਨੂੰ ਜਿੱਤ ਲੈਂਦਾ। ਕਿਵੇਂ? ਕਿਉਂਕਿ ਉਹ ਆਪਣੇ ਮਨ ਨੂੰ ਜਿੱਤ ਲੈਂਦਾ। ਜਿਹਨੇ ਆਪਣਾ ਮਨ ਜਿੱਤ ਲਿਆ ਉਹਨੇ ਸਾਰਾ ਕੁਛ ਜਿੱਤ ਲਿਆ। ਉਹਨੂੰ ਕੋਈ ਚਾਹਨਾ ਹੀ ਨਹੀਂ ਰਹਿ ਜਾਂਦੀ ਮੁੜ ਕੇ। ਸਿਕੰਦਰ ਚੱਲਿਆ ਸੀ ਸ੍ਰਿਸ਼ਟੀ ਨੂੰ ਜਿੱਤਣ, ਔਰ ਕਾਫੀ ਸਾਰੀ ਜਿੱਤ ਵੀ ਲਈ ਸੀ ਕਈ ਦੇਸ਼। ਲੇਕਿਨ ਭਾਰਤ ਵਿੱਚ ਆ ਕੇ ਇੱਕ ਮਹਾਂਪੁਰਸ਼ ਬੈਠਾ ਆਪਣੀ ਭਗਤੀ 'ਚ ਲੀਨ, ਕੋਲ ਦੀ ਹਾਥੀ ਲੰਘ ਰਹੇ ਆ, ਉਹਦੇ ਦਗੜ ਕਰਦੇ ਘੋੜੇ ਲੰਘ ਰਹੇ ਆ, ਉਹ ਨਹੀਂ ਹਿੱਲਿਆ, ਬਿਲਕੁਲ ਵਿਚਲਿਤ ਨਹੀਂ ਹੋਇਆ, ਨਾ ਆਵਾਜ਼ਾਂ ਤੋਂ, ਨਾ ਮਿੱਟੀ ਤੋਂ, ਗਰਦ ਤੋਂ। ਸਿਕੰਦਰ ਨੇ ਦੇਖਿਆ ਵੀ ਇਹ ਕੈਸਾ ਪੁਰਸ਼ ਹੈ। ਬੁਲਾਇਆ ਕੋਲ, ਬਈ ਭਲੇ ਲੋਕ, ਮੇਰੀਆਂ ਇੰਨੀਆਂ ਫੌਜਾਂ ਲੰਘ ਲੀਆਂ, ਇੰਨਾ ਸ਼ੋਰ ਗੁਲ ਹੈ, ਮਿੱਟੀ ਉੱਡਦੀ ਹੈ, ਤੈਨੂੰ ਕੋਈ ਫਰਕ ਨਹੀਂ ਪਿਆ, ਤੂੰ ਕਿਆ ਗੱਲ? ਉਹ ਕਹਿੰਦਾ ਬਾਦਸ਼ਾਹ ਤੈਂ ਦੁਨੀਆ ਜਿੱਤਣੀ ਹੈ, ਮੈਂ ਮਨ ਜਿੱਤਣਾ। ਤੈਨੂੰ ਇਹ ਝਾਕ ਹੈ ਵੀ ਮੈਂ ਗਾਹਾਂ ਕਿਹਨੂੰ ਹਰਾਉਣਾ, ਗਾਹਾਂ ਕਿੱਥੇ ਵਧਣਾ, ਅੱਗੇ ਕਰਨਾ। ਮੈਨੂੰ ਇਹਨਾਂ ਚੀਜ਼ਾਂ ਦਾ ਮਤਲਬ ਹੈ ਕੋਈ ਨਹੀਂ। ਮੈਂ ਆਪਣਾ ਮਨ ਜਿੱਤਿਆ ਹੋਇਆ, ਮੇਰੇ ਵਾਸਤੇ ਸਾਰੀ ਸ੍ਰਿਸ਼ਟੀ ਮੇਰੇ ਕੋਲ ਹੈ, ਜਿੱਤੀ ਹੋਈ ਹੈ। ਤੇਰੇ ਮਨ 'ਚ ਲਾਲਸਾ ਹੈ, ਮੇਰੇ ਮਨ 'ਚ ਉਹ ਖਤਮ ਕਰ ਦਿੱਤੀ ਉਹਨੇ, ਸੰਤੋਖ ਪੈਦਾ ਕਰਿਆ ਹੋਇਆ। ਤੋ ਇਹੋ ਜਿਹੀਆਂ ਜਿਹੜੀਆਂ ਇਹ ਰੂਹਾਨੀ ਬਾਤਾਂ ਹੈ, ਇਹ ਪੂਰਵ ਦੇ ਵਿੱਚ ਸੰਭਵ ਜ਼ਿਆਦਾ ਹੋਈਆਂ।
ਹਿੰਦੁਸਤਾਨ ਦੇ ਵਿੱਚ ਪਰਮਾਤਮਾ ਨੇ ਭਗਤੀ ਜ਼ਿਆਦਾ ਪੈਦਾ ਕਰੀ ਹੈ ਪੱਛਮ ਵਿੱਚ ਵੀ, ਪਰ ਜ਼ਿਆਦਾਤਰ ਲੋਕ ਇੱਧਰ ਨੂੰ ਹੀ ਝਾਕ ਰੱਖਦੇ ਆ, ਕਿਉਂਕਿ ਹਿੱਪੀ ਵਗੈਰਾ ਬਣਦੇ ਉਹ ਵੀ ਇੱਧਰ ਨੂੰ ਆਉਂਦੇ। ਪੱਛਮ ਵਾਲਿਆਂ ਦੇ ਕੋਲ ਇੰਨੀ ਡੂੰਘੀ ਪ੍ਰਤੀਤ ਨਹੀਂ ਹੈ ਜਿੰਨੀ ਪੂਰਬ ਦੇ ਵਿੱਚ ਰਿਸ਼ੀਆਂ ਮੁਨੀਆਂ ਨੇ ਡੂੰਘਾ ਅਧਿਐਨ ਕਰਿਆ। ਪੱਛਮ ਵਾਲੇ ਧਰਮ ਕਹਿੰਦੇ ਆ ਵੀ ਸਿਰਫ ਚਾਰ ਤੱਤ ਹੈ, ਤੇ ਸਾਡੇ ਰਿਸ਼ੀ ਮੁਨੀਆਂ ਨੇ ਸਾਨੂੰ ਦੱਸਿਆ ਵੀ 5 ਤੱਤ ਹੈ। ਆਕਾਸ਼ ਨੂੰ ਉਹ ਤੱਤ ਨਹੀਂ ਮੰਨਦੇ। ਚਲੋ ਉਹ ਇੱਕ ਜੁਦੀ ਗੱਲ ਹੈ, ਪਰ ਸਾਡੇ ਰਿਸ਼ੀਆਂ ਮੁਨੀਆਂ ਦਾ, ਗੁਰੂ ਸਾਹਿਬਾਨਾਂ ਦਾ ਜਿਹੜਾ ਅਧਿਐਨ ਹੈ ਉਹ ਬਹੁਤ ਗਹਿਰਾ ਹੈ। ਉਹ ਗਹਿਰਾਈ ਦੇ ਵਿੱਚੋਂ ਹੀ ਗੁਰਬਾਣੀ ਨਿਕਲੀ ਹੋਈ ਹੈ। ਹੋਰ ਇਹ ਬੰਦੇ ਦੀ ਆਪਣੀ ਕਿਰਤ ਨਹੀਂ ਹੈ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸਰਾ ਕਰੀ ਗਿਆਨ ਵੇ ਲਾਲੋ। ਇਹ ਉੱਪਰੋਂ ਆ ਰਹੀ ਹੈ, ਅਰਸ਼ਾਂ ਤੋਂ, ਅੰਦਰ ਤੋਂ, ਧੁਰ ਤੋਂ ਨਿਕਲ ਰਹੀ ਹੈ। ਪਰਮਾਤਮ ਜਿੱਥੇ ਪ੍ਰਗਟ ਹੋਇਆ ਹੋਇਆ ਉੱਥੇ, ਉਹਦੇ ਚੋਂ ਆ ਰਹੀ ਹੈ। ਤੋ ਸਾਧ ਸੰਗਤ ਜੀ, ਚਲੋ ਅੱਗੇ ਵਧਾਈਏ ਗੱਲ ਨੂੰ। ਆਪਣੇ ਭਾਣੇ ਲੈ ਸਮਾਏ, ਤੁਮ ਤੇ ਪਿੰਨ ਨਹੀਂ ਕਿਛ ਹੋਏ, ਆਪਣੇ ਸੂਝ ਸਭ ਜਗਤ ਪਰੋਏ। ਜਾਂ ਕੋ ਪ੍ਰਭ ਜਿਉ ਆਪ ਬੁਝਾਏ, ਸਚ ਨਾਮ ਸੋਈ ਜਨ ਪਾਏ। ਸੋ ਸਮਦਰਸੀ ਤਤ ਕਾ ਵੇਤਾ, ਨਾਨਕ ਸਗਲ ਸ੍ਰਿਸ਼ਟ ਕਾ ਜੇਤਾ। ਜੀ ਜੰਤਰ ਸਭ ਤਾਂ ਕੈ ਹਾਥ, ਦੀਨ ਦਿਆਲ ਅਨਾਥ ਕੋ ਨਾਥ। ਸਭ ਉਹਦੇ ਹੱਥ ਵਿੱਚ ਹੈ, ਜੀਵ ਜੰਤਰ, ਡੋਰ ਸਭ ਉਹਦੇ ਹੱਥ 'ਚ ਹੈ। ਅਸੀਂ ਕਠਪੁਤਲੀਆਂ। ਉਹ ਦੀਨ ਦਿਆਲ ਵੀ ਹੈ, ਅਨਾਥ ਕੋ ਨਾਥ ਵੀ ਹੈ। ਹੁਣ ਇਹ ਦੀਨ ਸ਼ਬਦ ਆਇਆ ਸਾਧ ਸੰਗਤ ਜੀ, ਸਾਡੇ ਆਪਣੇ ਪਿੰਡ ਜਦੋਂ ਦਾਸ ਰਾਜ ਤੋਂ 30-40 ਸਾਲ ਪਹਿਲਾਂ ਦੀ ਗੱਲ ਹੈ, ਗੁਰਦੁਆਰੇ ਸਾਹਿਬ 'ਚ ਬੈਠੇ ਸੀ। ਇੱਕ ਸਾਡੇ ਹੀ ਪਿੰਡ ਦਾ ਸੀ ਗਿਆਨੀ, ਪਾਠ ਕਰਨ ਵਾਲਾ। ਉਹਨੇ ਇਹ ਗੱਲ ਕਹੀ ਬਈ ਜੀ, ਦੀਨ ਤਾਂ ਦੁਨੀਆ ਇਹਨੂੰ ਕਹਿੰਦੇ ਆ, ਦੁਨੀਆਦਾਰੀ ਨੂੰ, ਗਰੀਬਾਂ ਨੂੰ। ਤੋ ਇੱਕ ਦੂਜਾ ਕਹਿੰਦਾ ਜੀ ਨਹੀਂ, ਦੀਨ ਦਾ ਮਤਲਬ ਧਰਮ ਹੁੰਦਾ ਹੈ। ਬਹਿਸ ਛਿੜ ਗਈ। ਹੁਣ ਆਪਣੀ ਆਪਣੀ ਬੁੱਧੀ ਲੜਾ ਰਹੇ ਆ। ਅਸਲ 'ਚ ਗੱਲ ਕਿਆ ਹੈ? ਗੱਲ ਇਹ ਹੈ ਵੀ ਦੀਨ ਫਾਰਸੀ ਦੇ ਵਿੱਚ ਧਰਮ ਨੂੰ ਕਹਿੰਦੇ ਆ, ਤੇ ਸੰਸਕ੍ਰਿਤ ਹਿੰਦੀ ਦੇ ਵਿੱਚ ਦੀਨ ਗਰੀਬ ਨੂੰ ਕਹਿੰਦੇ ਆ। ਦੋਹਾਂ ਦੇ ਵਿੱਚ ਅੰਤਰ ਹੈ। ਉਹਨਾਂ ਦੀ ਗੱਲ ਸਮਝ ਹੈ ਨਹੀਂ ਸੀ, ਆਪਣੀ ਆਪਣੀ ਗੱਲ ਤੇ ਬਹਿਸ ਕਰ ਰਹੇ ਸੀ। ਇਹੀ ਚੀਜ਼ ਹੈ ਜਿਹੜਾ ਗੁਰਬਾਣੀ ਦੀ ਵਿਚਾਰ ਹੈ ਡੂੰਘੀ, ਬਿਹਾਈਂਡ ਦਾ ਲਾਈਨ ਜਾ ਕੇ ਕਰਨੀ ਹੈ। ਉਹਦੇ ਨਾਲੇ ਸਭ ਘੁੰਡੀਆਂ ਆਪੇ ਖੁੱਲ੍ਹ ਜਾਂਦੀਆਂ, ਫਿਰ ਰਹਿ ਨਹੀਂ ਜਾਂਦੀ ਕੋਈ ਵੀ। ਤੋ ਕਬੀਰ ਜੀ ਦਾ ਸ਼ਬਦ ਸੀਗਾ ਜਿਹਦੇ 'ਚ ਦੀਨ ਸ਼ਬਦ ਆਉਂਦਾ, ਉੱਥੇ ਤੋਂ ਬਹਿਸ ਚੱਲੀ ਸੀਗੀ। ਜਿਸ ਰਾਖੈ ਤਿਸ ਕੋਈ ਨ ਮਾਰੈ, ਸੋ ਮੂਆ ਜਿਸ ਮਨੋਂ ਵਿਸਾਰੈ। ਜਿਹਨੂੰ ਉਹ ਰੱਖ ਲੈਂਦਾ ਹੈ ਉਹਨੂੰ ਕੋਈ ਨਹੀਂ ਮਾਰ ਸਕਦਾ। ਜਿਹੜਾ ਮਰ ਗਿਆ, ਮਰੂਗਾ ਕੌਣ? ਜਿਹੜਾ ਉਹਨੂੰ ਵਿਸਾਰੂਗਾ। ਨਾਮ ਤੋਂ ਬਿਨਾਂ ਬੰਦਾ ਮਰਿਆ ਹੋਇਆ। ਮਤ ਜਾਣੋ ਜਗ ਜੀਵ ਦਾ ਭਾਈ, ਦੂਜੇ ਭਾਏ ਮੋਆਸ। ਇਹ ਦੂਜੇ ਭਾਅ 'ਚ ਮਰਿਆ ਹੋਇਆ, ਸੁੱਤਾ ਪਿਆ ਜੀਵ ਜੰਤੂ ਜਿੰਨਾ ਵੀ ਇਹ ਯੂਨੀਵਰਸ ਹੈ। ਜਿਹੜਾ ਜਾਗਦਾ ਹੈ ਉਹ ਇੱਕ ਪਰ ਆ ਜਾਂਦਾ ਹੈ। ਸੋ ਜਾਗੈ ਜੋ ਇੱਕੋ ਜਾਣੈ, ਪ੍ਰਕਿਰਤੀ ਛੋੜੈ ਤਤ ਪਛਾਣੈ। ਇਹ ਦੁਨੀਆ ਸਾਰੀ ਸ੍ਰਿਸ਼ਟੀ ਮੋਈ ਹੋਈ ਹੈ ਦੂਜੇ ਭਾਅ 'ਚ, ਕੂੜ ਕਿਰਿਆ 'ਚ ਪਈ ਹੋਈ ਹੈ। ਗੁਰੂ ਸਾਹਿਬ ਦਾ ਫਰਮਾਨ ਹੈ, ਆਪਣੇ ਕੋਲੋਂ ਕੁਛ ਨਹੀਂ ਕਿਹਾ। ਤਿਸ ਤਜ ਅਵਰ ਕਹਾਂ ਕੋ ਜਾਏ। ਉਹਨੂੰ ਛੱਡ ਕੇ ਅਜਿਹੇ ਦੀਨ ਦਿਆਲ ਨੂੰ ਕੋਈ ਕਿੱਥੇ ਜਾਵੇ? ਹੋਰ ਕਿਹਦੀ ਓਟ ਲਵੇ, ਕਿਹਦਾ ਆਸਰਾ ਲਵੇ? ਸਭ ਸਿਰ ਏਕ ਨਿਰੰਜਨ ਰਾਏ। ਸਭ ਦੇ ਸਿਰਾਂ ਦੇ ਉੱਪਰ ਉਹੀ ਇੱਕ ਨਿਰੰਜਨ ਰਾਏ ਹੈ, ਪਰਮਾਤਮਾ ਹੈ। ਜਾਵੇਂ ਕਿੱਥੇ ਹੋਰ? ਜੀ ਕੀ ਜੁਗਤ ਜਾਂ ਕੈ ਸਭ ਹਾਥ, ਅੰਤਰ ਬਾਹਰ ਜਾਨੋ ਸਾਥ। ਸਭ ਜੀਵਾਂ ਦੀ ਜੁਗਤ ਪਰਮਾਤਮਾ ਦੇ ਹੱਥ ਵਿੱਚ ਹੈ। ਅੰਦਰ ਬਾਹਰ ਹਰ ਵਕਤ ਉਹ ਅੰਗ ਸੰਗ ਹੈ। ਜੇ ਇਸ ਗੱਲ ਦੀ ਪ੍ਰਤੀਤ ਆ ਗਈ, ਬੰਦਾ ਗਲਤੀ ਨਹੀਂ ਕਰੇਗਾ ਬਈ ਤੂੰ ਮੈਨੂੰ ਦੇਖਦਾ ਹੈ। ਇੱਕ ਵਾਰੀ ਕਿਸੇ ਮਹਾਤਮਾ ਨੇ 2 ਪੁਰਸ਼ਾਂ ਨੂੰ ਕਿਹਾ ਵੀ ਜਾਓ ਆ ਇੱਕ ਕਬੂਤਰ ਲੈ ਜਾਓ। ਦੋਵਾਂ ਨੂੰ ਇੱਕ ਪਕੜਾਤਾ ਵੀ ਇਹਨੂੰ ਉੱਥੇ ਮਾਰ ਕੇ ਲਿਆਓ ਜਿੱਥੇ ਕੋਈ ਨਾ ਦੇਖਦਾ ਹੋਵੇ। ਇੱਕ ਗਿਆ ਗੰਨੇ ਦੇ ਖੇਤ ਨੂੰ ਓਲੇ ਜਿਹਨੂੰ ਹੋ ਕੇ ਵੀ ਇੱਥੇ ਕਿਹੜੇ ਕੋਈ ਦੇਖਦਾ, ਗਰਦਨ ਮਰੋੜ ਲਿਆ। ਦੂਜਾ ਘੁੰਮਿਆ ਫਿਰਿਆ ਕਾਫੀ ਚਿਰ, ਘੰਟਾ 2 ਘੰਟੇ, ਮੁੜਿਆ ਆਇਆ ਉਸ ਤਰ੍ਹਾਂ ਹੀ ਕਬੂਤਰ ਲੈ ਕੇ। ਪੁੱਛਿਆ ਮਹਾਤਮਾ ਨੇ ਵੀ ਜੀ ਤੁਸੀਂ? ਕਹਿੰਦਾ ਜੀ ਮੈਂ ਜਿੱਥੇ ਵੀ ਦੇਖਦਾ ਉਹ ਦੇਖ ਰਿਹਾ ਤਾ, ਫਿਰ ਮੈਂ ਇਹਨੂੰ ਕਿੱਕਣ ਮਾਰਦਾ? ਤੁਸੀਂ ਕਿਹਾ ਤਾਂ ਵੀ ਜਿੱਥੇ ਕੋਈ ਨਾ ਦੇਖੇ। ਮੈਂ ਗੰਨੇ ਦੇ ਖੇਤ 'ਚ ਵੀ ਵੜਿਆ, ਉੱਥੇ ਵੀ ਉਹ ਦੇਖ ਰਿਹਾ ਤਾ। ਉਹ ਗੱਲ ਸੀ ਵੀ ਉਹਨੂੰ ਪ੍ਰਤੀਤ ਸੀਗੀ ਵੀ ਤੂੰ ਸਭ ਜਗ੍ਹਾ ਹੈ, ਤੂੰ ਹਰ ਇੱਕ ਜਗ੍ਹਾ ਪ੍ਰਗਟ ਹੈ, ਸ੍ਰਿਸ਼ਟੀ ਵਿੱਚ ਤੂੰ ਵਿਰਾਜਮਾਨ ਹੈ। ਮੈਂ ਇਹਨੂੰ ਕਿਵੇਂ ਮਾਰਾਂ, ਕਿੱਥੋਂ ਮਾਰਾਂ? ਇਹ ਆਪਣੀ ਆਪਣੀ ਦ੍ਰਿਸ਼ਟੀ ਦਾ ਫਰਕ ਹੁੰਦਾ ਹੈ। ਗੁਣ ਨਿਧਾਨ ਬੇਅੰਤ ਅਪਾਰ। ਉਹਦੇ ਗੁਣਾਂ ਦਾ ਕੋਈ ਲੇਖਾ ਨਹੀਂ। ਅਪਾਰ ਹੈ, ਬੇਅੰਤ ਹੈ, ਨਾਨਕ ਦਾਸ ਸਦਾ ਬਲਿਹਾਰ।
ਉਸ ਤੋਂ ਹਮੇਸ਼ਾ ਹੀ ਬਲਿਹਾਰ ਜਾਈਏ। ਪੰਚਮ ਪਾਤਸ਼ਾਹ ਫਰਮਾਉਂਦੇ ਸਦਾ ਸਦਾ ਉਹ ਤੋਂ ਬਲ ਬਲ ਜਾਈਏ। ਪੂਰਨ ਪੂਰ ਰਹੇ ਦਿਆਲ, ਉਹ ਦਿਆਲੂ ਹਰ ਜਗ੍ਹਾ ਪੂਰਿਆ ਹੋਇਆ ਹੈ, ਆਪਣੀ ਸ੍ਰਿਸ਼ਟੀ ਦੇ ਵਿੱਚ ਬੈਠਾ ਹੈ। ਉਹ ਮੁਸੱਵਰ ਆਪਣੀ ਤਸਵੀਰ ਬਣਾ ਕੇ, ਚਿੱਤਰ ਬਣਾ ਕੇ ਚਿੱਤਰ ਦੇ ਵਿੱਚ ਬੈਠਾ ਹੈ। ਸਭ ਉੱਪਰ ਹੋਵਤ ਕਿਰਪਾਲ, ਸਾਰਿਆਂ ਦੇ ਉੱਪਰ ਉਹਦੀ ਕਿਰਪਾ ਹੈ। ਸਭਨਾ ਉੱਪਰ ਨਦਰ ਪ੍ਰਭ ਤੇਰੀ, ਕਿਸੇ ਥੋੜੀ ਕਿਸੇ ਕਨੇਰੀ। ਹੈ ਸਭ ਦੇ ਉੱਪਰ, ਪਰ ਕਿਸੇ ਬਹੁਤਾ ਵਰਸ ਰਿਹਾ ਤੂੰ, ਕਿਤੇ ਥੋੜਾ ਵਰਸ ਰਿਹਾ। ਆਪਣੇ ਕਰਤੱਵ ਜਾਣੇ ਆਪ, ਤੂੰ ਆਪਣੇ ਕਰਤੱਵਾਂ ਨੂੰ ਆਪੇ ਜਾਣਦਾ, ਆਪਣੇ ਕੌਤਕਾਂ ਨੂੰ ਆਪੇ ਜਾਣਦਾ। ਅੰਤਰਜਾਮੀ ਰਹਿਓ ਵਿਆਪ, ਤੂੰ ਅੰਤਰਜਾਮੀ ਹੈ, ਓਮਨੀਸੈਂਟ ਹੈ, ਹਮੇਸ਼ਾ ਸਭ ਜਗ੍ਹਾ ਵਿਆਪ ਰਿਹਾ। ਪ੍ਰਤਿਪਾਲੈ ਜੀਵਨ ਬਹੁ ਭਾਂਤ, ਜੀਵਾਂ ਨੂੰ ਬਹੁਤ ਕਿਸਮਾਂ ਤੋਂ ਤੂੰ ਪ੍ਰਤਿਪਾਲ ਕਰ ਰਿਹਾ ਹੈ। ਕਿਸੇ ਨੂੰ ਜੀਆਂ ਕਾ ਆਹਾਰ ਜੀ, ਸਮੁੰਦਰ ਦੇ ਵਿੱਚ ਵੱਡੀਆਂ ਮੱਛੀਆਂ ਛੋਟੀਆਂ ਨੂੰ ਖਾ ਰਹੇ ਹੈ, ਜੰਗਲ ਦੇ ਵਿੱਚ ਸ਼ੇਰ ਵਗੈਰੇ ਖਰਗੋਸ਼ਾਂ ਵਗੈਰਾ ਨੂੰ ਖਾ ਰਹੇ ਹੈ। ਕਿਤੇ ਤੂੰ ਕਣਕ ਦੀ ਔਰ ਜੌਂ ਦੀ ਰੋਟੀ ਖਾ ਰਿਹਾ ਹੈ। ਸਭ ਤੂੰ ਹੀ ਹੈ, ਸਭ ਤੇਰਾ ਹੀ ਪਸਾਰਾ, ਸਾਰੀਆਂ ਭਾਂਤਾਂ ਤੇਰੀਆਂ ਹੀ। ਜੋ ਜੋ ਰਚਿਓ ਸੋ ਤਿਸੈ ਧਿਆਤ, ਜੋ ਵੀ ਤੈਂ ਰਚਿਆ ਹੈ ਉਹ ਤੈਨੂੰ ਧਿਆਉਂਦਾ ਕਿਸੇ ਵੀ ਤਰੀਕੇ ਨਾਲ। ਕਿਉਂਕਿ ਸਾਧ ਸੰਗਤ ਜੀ, ਜਦੋਂ ਮਿੱਟੀ ਨੂੰ ਆਪਾਂ ਉੱਪਰ ਨੂੰ ਧੂੜ ਨੂੰ ਸਿੱਟੀਏ, ਉਹ ਹੌਲੀ ਹੌਲੀ ਹੇਠ ਬੈਠ ਜਾਂਦੀ ਹੈ, ਕਿਉਂਕਿ ਉਹ ਅੰਸ਼ੀ ਹੈ, ਉਹਦੀ ਜਿਹੜੀ ਧਰਤੀ ਹੈ ਉੱਥੇ ਨੂੰ ਆਉਣਾ ਉਹਨੇ। ਜੇ ਅੱਗ ਨੂੰ ਬਾਲੀਏ, ਅੱਗ ਨੇ ਉੱਪਰ ਨੂੰ ਜਾਣਾ ਹੈ, ਕਿਉਂਕਿ ਸੂਰਜ ਤੋਂ ਨਿਕਲੀ ਹੋਈ ਹੈ। ਐਸੇ ਤਰੀਕੇ ਨਾਲ ਬਣ ਤ੍ਰਿਣ ਸਭ ਪਰਮਾਤਮਾ ਨੂੰ ਧਿਆਉਂਦੇ, ਕਿਉਂਕਿ ਉਹਦੇ ਚੋਂ ਨਿਕਲੇ ਹੋਏ। ਕੋਈ ਸੁਤੇ ਸਿੱਧ ਧਿਆਉਂਦਾ ਹੈ, ਕੋਈ ਪ੍ਰਗਟ ਰੂਪ 'ਚ ਧਿਆਉਂਦਾ, ਧਿਆਉਂਦੇ ਉਸੇ ਨੂੰ। ਸਾਰੀ ਉਪਾਰਜਨਾ ਜਿੰਨੀ ਵੀ ਹੈ ਸਭ ਉਹਦਾ ਸਿਮਰਨ ਕਰ ਰਹੀ ਹੈ। ਬਣ ਪਰਬਤ ਅਵਤੂਤ ਸਭ ਉਹਨੂੰ ਧਿਆ ਰਹੇ। ਇਹ ਚੀਜ਼ ਵੀ ਮੰਨਣੀ ਬੜੀ ਔਖੀ ਹੈ, ਲੇਕਿਨ ਹੁਣ ਤਾਂ ਕਾਫੀ ਜਿਹੜੇ ਵਿਦਵਾਨ ਦਾਨੇ ਸੱਜਣ ਪੱਛਮ ਦੇ, ਉਹ ਵੀ ਮੰਨਣ ਲੱਗ ਗਏ ਵੀ ਜਿਹੜੇ ਦਰਿਆ ਹੈ, ਹਵਾ ਹੈ, ਇਹ ਭਾਵੇਂ ਨਿਰਜਿੰਦ ਨਜ਼ਰ ਆਉਂਦੀਆਂ, ਪਰ ਇਹਨਾਂ ਦੇ ਵਿੱਚ ਵੀ ਜ਼ਿੰਦਗੀ ਹੈ। ਪਹਿਲਾ ਪਾਣੀ ਜਿਉ ਹੈ, ਜਿਤ ਹਰਿਆ ਸਭ ਕੋਇ। ਪਾਣੀ ਨੂੰ ਕਿਸੇ ਦਿਨ ਸਾਇੰਸ ਨੇ ਪ੍ਰੂਵ ਕਰ ਦੇਣਾ ਵੀ ਇਹਦੇ ਵਿੱਚ ਵੀ ਜ਼ਿੰਦਗੀ ਹੈ। ਸਾਧ ਸੰਗਤ ਜੀ ਦੇਖੋ, ਜੇ ਇਹਨੂੰ ਸਾਇੰਸ ਦੇ ਪੱਖ ਤੋਂ ਆਪਾਂ ਦੇਖੀਏ ਤਾਂ ਸਭ ਤੋਂ ਜਿਹੜੀ ਜ਼ਿੰਦਗੀ ਦੀ ਇਕਾਈ ਹੈ ਨਿਰਜੀਵ ਔਰ ਸਜੀਵ ਦੇ ਵਿਚਾਲੇ, ਉਹ ਵਾਇਰਸ ਹੈ। ਸਭ ਤੋਂ ਛੋਟੇ ਆ ਉਹ ਦੇਖਣ ਨੂੰ, 5 ਲੱਖ ਗੁਣਾ ਬੜਾ ਕਰਕੇ ਜਿਹੜੀ ਖੁਰਦਬੀਨ ਦਿਖਾਉਂਦੀ ਹੈ, ਉਹਦੇ ਰਾਹੀਂ ਉਹ ਦਿਖਦੇ। ਉਹਨਾਂ ਦੀ ਖਾਸੀਅਤ ਇਹ ਹੈ ਵੀ ਉਹ ਇਸ ਤਰ੍ਹਾਂ ਹੀ ਪਏ ਰਹਿੰਦੇ ਕਈ ਸਾਲ ਬਿਨਾਂ ਕਿਸੇ ਹਰਕਤ ਤੋਂ। ਲੇਕਿਨ ਜਦ ਉਹਨਾਂ ਨੂੰ ਹੋਸਟ ਮਿਲ ਜਾਂਦਾ ਹੈ, ਆਪਣਾ ਕੋਈ ਜਿੱਥੇ ਉਹਨਾਂ ਨੇ ਪਣਪਣਾ ਹੁੰਦਾ ਉਹ ਜਗ੍ਹਾ ਮਿਲ ਜਾਂਦੀ ਹੈ, ਫਿਰ ਉਹ ਜਦੇ ਸਜੀਵ ਹੋ ਜਾਂਦੇ ਆ। ਆ ਜਿਹੜਾ ਅੱਜ ਕੱਲ੍ਹ ਕਰੋਨਾ ਦਾ ਚੱਕਰ ਹੈ, ਵੀ ਉਹੀ ਵਾਇਰਸ ਕਰਕੇ ਹੀ ਹੈ। ਜਦ ਇਹਨੂੰ ਸਾਜ਼ਗਾਰ ਹਾਲਾਤ ਮਿਲ ਗਏ, ਜਿਉਂਦਾ ਹੋ ਕੇ ਕਿਰਿਆ ਕਰਨ ਲੱਗ ਪੈਂਦਾ ਹੁੰਦਾ, ਅਦਰਵਾਈਜ਼ ਪਿਆ ਰਹਿੰਦਾ। ਸਸਪੈਂਡਡ ਐਨੀਮੇਸ਼ਨ ਕਹਿੰਦੇ ਉਹਨੂੰ। ਜਿੱਕਣ ਬੀਜ ਹੈ, ਬੀਜ ਨਿਰਜੀਵ ਲੱਗਦਾ ਦੇਖਣ ਨੂੰ, ਪਰ ਜਦੋਂ ਉਹਨੂੰ ਬੱਤਰ ਮਿਲ ਗਈ, ਪਾਣੀ ਮਿਲ ਗਿਆ, ਹਵਾ ਮਿਲ ਗਈ, ਉਹਨੇ ਉੱਗ ਪੈਣਾ। ਉਹਨੂੰ ਸਸਪੈਂਡਡ ਐਨੀਮੇਸ਼ਨ ਕਹਿੰਦੇ। ਐਸੇ ਤਰੀਕੇ ਨਾਲ ਜਿਹੜਾ ਪਾਣੀ ਹੈ, ਗੁਰੂ ਬਾਬਿਆਂ ਨੇ ਜਿਹੜੀ ਬਾਤ ਲਿਖੀ ਹੈ ਵੀ ਪਹਿਲਾਂ ਪਾਣੀ ਜਿਉ ਹੈ, ਇਹਦੇ ਵਿੱਚ ਵੀ ਕੋਈ ਰਾਜ ਹੈ, ਅਜੇ ਖੁੱਲ੍ਹਿਆ ਨਹੀਂ ਹੈ, ਖੋਲ੍ਹ ਲਏਗੀ ਸਾਇੰਸ ਹੌਲੀ ਹੌਲੀ ਉਹਦੇ ਹੁਕਮ ਵਿੱਚ। ਪਾਣੀ ਵਿੱਚ ਵੀ ਧੜਕਣ ਹੈ। ਜਿਵੇਂ ਇਮੋਟੋ ਨੇ ਕਿਹਾ ਨਾ ਵੀ ਜਿੱਥੇ ਪ੍ਰਵਚਨ ਹੁੰਦੇ ਧਾਰਮਿਕ ਕਿਸੇ ਵੀ ਧਰਮ ਦੇ, ਉਹ ਪਾਣੀ ਉਹਦਾ ਪ੍ਰਭਾਵ ਕਬੂਲਦਾ ਹੈ, ਉੱਥੇ ਡਾਇਮੰਡ ਵਰਗੇ ਕ੍ਰਿਸਟਲ ਬਣ ਜਾਂਦੇ, ਅਦਰਵਾਈਜ਼ ਬਣਦੇ ਨਹੀਂ ਜੇ ਬਿਨਾਂ ਪ੍ਰਵਚਨਾਂ ਤੋਂ ਪਾਣੀ ਲਈਏ। ਤਾਂ ਪਾਣੀ ਨੂੰ ਹੌਲੀ ਹੌਲੀ ਪ੍ਰੂਵ ਹੋ ਜਾਣਾ ਵੀ ਇਹ ਜਿਹੜੀ ਜ਼ਿੰਦਗੀ ਸਭ ਤੋਂ ਪਹਿਲਾਂ ਸੰਸਾਰ ਦੀ ਹੈ ਧੜਕੀ ਹੈ, ਉਹ ਪਾਣੀ ਦੇ ਵਿੱਚ ਧੜਕੀ ਹੈ। ਇਹ ਤਾਂ ਗੱਲ ਦਾ ਪਤਾ ਹੈ ਸੰਸਾਰ ਨੂੰ। ਡਾਰਵਿਨ ਦੀ ਥਿਊਰੀ ਵੀ ਹੈ ਵੀ ਅਮੀਬਾ ਔਰ ਪੈਰਾਮੀਸ਼ੀਅਮ ਪਹਿਲਾਂ ਇੱਕ ਸੈੱਲ ਵਾਲੇ ਜੀਵ ਪਾਣੀ 'ਚ ਪੈਦਾ ਹੋਏ। ਤਾਂ ਪਾਣੀ ਹੋਇਆ, ਅਮਾਈਨੋ ਐਸਿਡ ਹੋਏ ਜਿਹੜੇ ਜੀਨਾਂ ਦੇ ਵਿੱਚ ਹੁੰਦੇ ਆ, ਉਹ ਵੀ ਨਿਰਜਿੰਦ ਹੁੰਦੇ ਅਮੀਨੋ ਐਸਿਡ, ਲੇਕਿਨ ਉਹਨਾਂ ਤੋਂ ਐਸੀ ਮਹਾਰਾਜ ਦੀ ਕਲਾ ਹੈ ਵੀ ਉਹ ਫਿਰ ਸਜੀਵ ਹੋ ਜਾਂਦੇ DNA ਦੇ ਰੂਪ ਦੇ ਵਿੱਚ। ਔਰ DNA ਸਜੀਵ ਹੈ, ਉੱਥੋਂ ਹੀ ਸਾਰੀ ਸ੍ਰਿਸ਼ਟੀ ਚੱਲਦੀ ਹੈ। ਹਰ ਇੱਕ ਮਨੁੱਖ ਦੇ ਅੰਦਰ ਅਲੱਗ-ਅਲੱਗ DNA ਹੁੰਦਾ, ਅਲੱਗ-ਅਲੱਗ ਜੀਨ ਹੁੰਦੇ। ਲੰਬਾਈ ਦਾ ਜੀਨ ਹੋਰ ਹੈ, ਰੰਗ ਦਾ ਜੀਨ ਹੋਰ ਹੈ, ਕੋਈ ਕਾਲਾ ਹੈ, ਕੋਈ ਪੀਲਾ, ਉਹ ਸਭ ਜੀਨਾਂ ਦੇ ਅਨੁਸਾਰ ਚੱਲ ਰਿਹਾ। ਮਨੁੱਖ ਤੋਂ ਆਉਂਦੇ ਅੱਧੇ ਜੀਨ, ਅੱਧੇ ਮਾਂ ਤੋਂ, ਮਤਲਬ ਮਾਤਾ ਤੋਂ ਆਉਂਦੇ, ਅੱਧੇ ਪਿਤਾ ਤੋਂ ਆਉਂਦੇ। ਉਹਨਾਂ ਦੇ ਹਿਸਾਬ ਨਾਲ ਇਹ ਜ਼ਿੰਦਗੀ ਚੱਲ ਰਹੀ ਹੈ। ਤਾਂ ਡਾਕਟਰ ਅਬਦੁਲ ਖੁਰਾਨਾ, ਅਬਦੁਲ ਨਹੀਂ ਹੈ ਸ਼ਾਇਦ, ਖੁਰਾਨਾ ਹੈ, ਆਪਣਾ ਇੰਡੀਅਨ ਹੈ, ਅਮਰੀਕਾ ਦੇ ਵਿੱਚ ਖੋਜੀ ਆ ਉਹ। ਕਈ ਸਾਲ ਹੋ ਗਏ, 30-35 ਸਾਲ ਉਹਨੇ ਖੋਜ ਕਰੀ ਸੀ ਵੀ ਜਿਹੜੇ ਨਿਰਜਿੰਦ ਚੀਜ਼ਾਂ ਹੈ, ਜਿਹੜੇ ਇਹ DNA ਵਗੈਰਾ, ਇਹ ਆਰਟੀਫਿਸ਼ਲੀ ਤਿਆਰ ਕਰੇ ਜਾ ਸਕਦੇ ਹੈ। ਜ਼ਿੰਦਗੀ ਆਰਟੀਫਿਸ਼ਲ ਅਮਾਈਨੋ ਐਸਿਡ ਔਰ ਪਾਣੀ ਦੇ ਮੇਲ ਦੇ ਨਾਲ ਤਿਆਰ ਹੋ ਜਾਂਦੀ ਹੈ। ਉਹਨੇ ਕਰਕੇ ਵੀ ਦਿਖਾਏ ਸੀ।
ਤੋ ਪਰਮਾਤਮਾ ਵਾਸਤੇ ਤਾਂ ਇਹ ਕੋਈ ਬੜੀ ਚੀਜ਼ ਨਹੀਂ ਵੀ ਜਿਹੜਾ ਇਹ ਪਾਣੀ ਹੈ ਜਾਂ ਜਿਹੜੇ ਪ੍ਰੋਟੀਨਸ ਹੈ ਇਹਨਾਂ ਦੇ ਰਾਹੀਂ ਜ਼ਿੰਦਗੀ ਬਣਦੀ ਹੈ। ਇਸ ਗੱਲ ਦਾ ਤਾਂ ਪਤਾ ਲੱਗ ਗਿਆ, ਪਰ ਕਿਵੇਂ ਬਣਦੀ ਹੈ ਇਹ ਵੀ ਹੌਲੀ ਹੌਲੀ ਹੋਰ ਸਾਇੰਸ ਨੇ ਖੋਜ ਲੈਣਾ। ਤੋ ਸਾਧ ਸੰਗਤ ਜੀਓ, ਸਭ ਜਗ੍ਹਾ ਉਹ ਆਪੇ ਆਪ ਹੈ, ਪਰਬਤਾਂ ਵਿੱਚ ਵੀ, ਹਵਾ 'ਚ ਵੀ, ਅਗਨੀ 'ਚ ਵੀ, ਸਭ ਜਗ੍ਹਾ ਪੂਰਨ ਪੂਰ ਰਹੇ ਦਇਆਲ, ਸਭ ਉੱਪਰ ਹੋਵਤ ਕਿਰਪਾਲ। ਸਾਰਿਆਂ ਦੇ ਉੱਪਰ ਉਹ ਕਿਰਪਾਲੂ ਹੈ। ਆਪਣੇ ਕਰਤੱਵ ਜਾਣੇ ਆਪ, ਅੰਤਰਜਾਮੀ ਰਹਿਓ ਵਿਆਪ। ਪ੍ਰਤਪਾਲੈ ਜੀਵਨ ਬਹੁ ਭਾਂਤ, ਜੋ ਜੋ ਰਚਿਓ ਸੋ ਤਿਸੈ ਧਿਆਤ ਹੋ ਲਿਆ। ਜਿਸ ਭਾਵੈ ਤਿਸ ਲਏ ਮਿਲਾਏ, ਭਗਤ ਕਰੈ ਹਰ ਕੇ ਗੁਣ ਗਾਏ। ਜਿਹਨੂੰ ਉਹ ਚਾਹੁੰਦਾ ਹੈ ਉਹ ਆਪਣੇ ਨਾਲ ਉਹਨੂੰ ਮਿਲਾ ਲੈਂਦਾ, ਚੌਥੇ ਪਾਤਸ਼ਾਹ ਉਹਨੂੰ ਚੱਕ ਲੈਂਦਾ ਤਿੰਨੇ ਗੁਣਾਂ 'ਚ, ਔਰ ਫਿਰ ਉਹ ਭਗਤੀ ਕਰਦਾ, ਹਰੀ ਦੇ ਗੁਣ ਗਾਉਂਦਾ। ਦੀਵਿਆਂ ਬੱਤੀਆਂ ਵਾਲੀ ਨਹੀਂ, ਉਹ ਭਗਤੀ ਕਰਦਾ ਹੈ ਨਾਮ ਦੀ, ਸਰੈਂਡਰ ਕਰ ਦਿੰਦਾ ਆਪਣਾ ਸਭ ਕੁਝ। ਮਨ ਅੰਤਰ ਵਿਸ਼ਵਾਸ ਕਰ ਮਾਨਿਆ, ਉਹਦੇ ਅੰਦਰ ਵਿਸ਼ਵਾਸ ਹੋ ਜਾਂਦਾ, ਇਸ ਗੱਲ ਦਾ ਪ੍ਰਤੀਤ ਆ ਜਾਂਦੀ ਹੈ। ਕਰਨਹਾਰ ਨਾਨਕ ਇੱਕ ਜਾਣਿਆ, ਉਹ ਇੱਕ ਨੂੰ ਇਹ ਫਿਰ ਕਰਨਹਾਰ ਸਮਝਦਾ, ਹੋਰ ਕਿਸੇ ਨੂੰ ਨਹੀਂ ਸਮਝਦਾ। ਜਨ ਲਾਗਾ ਹਰ ਏਕੈ ਨਾਏ, ਉਹ ਇੱਕ ਦੇ ਨਾਂ ਨਾਲ ਜੁੜਦਾ। ਦੇਖੋ ਇੱਕ ਦੀ ਗੱਲ ਕਿਵੇਂ ਆ ਰਹੀ ਹੈ ਗੁਰਬਾਣੀ 'ਚ, ਭਾਵੇਂ ਆਪਾਂ ਮੰਨੀਏ ਜਾਂ ਨਾ ਮੰਨੀਏ, ਏਕੇ ਤੋਂ ਬਿਨਾਂ ਦੂਜੀ ਗੱਲ ਹੈ ਹੀ ਨਹੀਂ ਕੋਈ ਗੁਰਬਾਣੀ 'ਚ। ਜੇ ਏਕਾ ਕੱਢਦੀ ਹੈ ਨਾ ਇੱਕ ਓਂਕਾਰ 'ਚੋਂ, ਤਾਂ ਬਾਕੀ ਫਿਰ ਡੁਐਲਿਟੀ ਬਚੂਗੀ, ਕੁਛ ਵੀ ਨਹੀਂ ਬਚੂਗਾ। ਸਮਝੋ ਏਕੇ ਕਰਕੇ ਹੀ ਸਾਰਾ ਹੀ ਇਹ ਪਸਾਰਾ ਹੋ ਰਿਹਾ। ਜਨ ਲਾਗਾ ਹਰ ਏਕੈ ਨਾਏ, ਤਿਸ ਕੀ ਆਸ ਨਾ ਬਿਰਥੀ ਜਾਏ। ਸੇਵਕ ਕੋ ਸੇਵਾ ਤਿਸ ਕੀ ਆਸ ਨਾ ਬਿਰਥੀ ਜਾਏ। ਜਿਹੜਾ ਇੱਕ ਦੇ ਨਾਲ ਜੁੜ ਗਿਆ ਉਹਦੀ ਆਸ ਕਦੇ ਬਿਰਥੀ ਨਹੀਂ ਜਾਊਗੀ, ਕਿਉਂਕਿ ਉਹ ਖੁਦ ਨਿਰੰਕਾਰ ਦਾ ਰੂਪ ਬਣ ਜਾਂਦਾ ਹੈ। ਸੇਵਕ ਕੋ ਸੇਵਾ ਬਨ ਆਈ, ਹੁਕਮ ਬੂਝ ਪਰਮ ਪਦ ਪਾਈ। ਸੇਵਕ ਨੂੰ ਸੇਵਾ ਜਦ ਬਣਦੀ ਹੈ ਜਦ ਉਹ ਹੁਕਮ ਨੂੰ ਬੁੱਝਦਾ ਹੈ, ਜਦ ਪਰਮ ਪਦ ਨੂੰ ਪਾਉਂਦਾ ਹੈ, ਜਦ ਅਮਰਾ ਪਦ ਪਾਉਂਦਾ ਹੈ। ਅਮਰ ਭਏ ਅਮਰਾ ਪਦ ਪਾਇਆ, ਉਹ ਅਵਸਥਾ ਉਹ ਕਦੋਂ, ਜਦੋਂ ਬੁੱਝਦਾ ਉਹਨੂੰ। ਉਹ ਸੇਵਾ ਉਹਦੀ ਤਦ ਪ੍ਰਵਾਨ ਹੁੰਦੀ ਹੈ। ਗੁਰ ਕੀ ਸੇਵਾ ਸ਼ਬਦ ਵਿਚਾਰ। ਆਪਾਂ ਬਾਹਰਲੀ ਸੇਵਾ ਸੰਭਾਲ 'ਚ ਪਏ ਹਾਂ, ਚਲੋ ਉਹ ਵੀ ਠੀਕ ਹੈ, ਨਾਲ ਨਾਲੋਂ ਚੰਗੀ ਹੈ, ਪਰ ਅਸਲੀ ਸੇਵਾ ਹੈ ਉਹਦੀ ਵਿਚਾਰ ਨਾਮ ਦੀ ਕਰਕੇ ਬੁੱਝਣਾ, ਉਹਨੂੰ ਅੰਦਰ ਪ੍ਰਗਟ ਕਰਨਾ। ਇਸ ਤੇ ਉੱਪਰ ਨਹੀਂ ਵਿਚਾਰ, ਜਾਂ ਕਹਿ ਮਨ ਵਸਿਆ ਨਿਰੰਕਾਰ। ਇਹਦੇ ਉੱਪਰ ਕਿਆ ਵਿਚਾਰ ਰਹਿ ਜਾਂਦੀ ਹੈ ਫਿਰ? ਕੁਛ ਵੀ ਨਹੀਂ। ਜਿਹਦੇ ਹਿਰਦੇ 'ਚੋਂ ਪ੍ਰਗਟ ਹੋ ਗਿਆ ਉਹਦੇ ਸਾਰਾ ਕੁਛ ਠੀਕ ਹੋ ਜਾਂਦਾ, ਉਹਦੇ ਬੰਧਨ ਟੁੱਟ ਜਾਂਦੇ। ਬੰਧਨ ਤੋਰ ਭਏ ਨਿਰਵੈਰ, ਨਿਰਵੈਰਤਾ ਆ ਜਾਂਦੀ ਹੈ। ਅੰਨ ਪੂਜੈ ਗੁਰ ਕੇ ਪੈਰ, ਉਹ ਹਮੇਸ਼ਾ ਹੀ ਗੁਰੂ ਦੇ ਪੈਰਾਂ ਨੂੰ, ਚਰਨਾਂ ਨੂੰ ਪੂਜਦੇ ਆ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਉਹ ਇਸ ਲੋਕ 'ਚ ਵੀ ਸੁਖੀ, ਉਹ ਪਰਲੋਕ ਵਿੱਚ ਵੀ ਸੁਖੀ। ਜਿਹੜੀ ਵਰਲਡ ਹੀਅਰ ਆਫਟਰ ਹੈ, ਪਰਲੋਕ, ਉਹਦੇ ਵਿੱਚ ਵੀ ਉਹ ਸੁਖੀ ਹੁੰਦੇ। ਨਾਨਕ ਹਰ ਪ੍ਰਭ ਆਪੇ ਮੇਲੇ, ਉਹ ਹਰੀ ਪ੍ਰਭੂ ਆਪੇ ਮੇਲਦਾ ਆਪਣੇ ਨਾਲ। ਬੰਦੇ ਦੀ ਕੋਈ ਪਾਇਆ ਨਹੀਂ ਵੀ ਬੰਦਾ ਉਹਨੂੰ ਮਿਲ ਜਾਏ, ਨਹੀਂ ਮਿਲ ਸਕਦਾ ਬੰਦਾ। ਉਹ ਚਾਹੇ ਤਾਂ ਉਹ ਜਦ ਮਰਜ਼ੀ ਮੇਲ ਲਵੇ, ਕੱਢ ਲਵੇ, ਇਹ ਉਹਦਾ ਭਾਣਾ ਹੈ। ਹੁਕਮ ਹੈਗਾ ਵੀ ਫਿਰੋ ਗੋਤੇ ਖਾਂਦੇ 84 ਦੇ ਵਿੱਚ, ਲੇਕਿਨ ਜਿਹਨੂੰ ਉਹ ਭਾਉਂਦਾ ਹੈ ਉਹਨੂੰ ਕੱਢ ਵੀ ਲੈਂਦਾ। ਤੋ ਸਾਧ ਸੰਗਤ ਜੀ, ਉਹ ਵਿਚਾਰ ਅੱਜ ਵੀ ਕੁਛ ਲੰਬੀ ਹੋਣ ਜਾ ਰਹੀ ਹੈ। ਥੋੜ੍ਹੇ ਜਿਹੇ ਹੋਰ ਵੀ ਮਨ 'ਚ ਖਿਆਲ ਹੈ ਉਹ ਵੀ ਕਰੀਏ, ਕਿਉਂਕਿ ਪਤਾ ਨਹੀਂ ਕਦ ਸਵਾਸ ਨਿਕਲ ਜਾਣੇ ਹੈ। ਉਹ ਬਾਬਾ ਜੀ ਵੀ ਕਿਹਾ ਕਰਦੇ ਸੀ ਨਸਲਪੁਰ ਵਾਲੇ, ਵੀ ਜੇ ਕਿਸੇ ਨੇ ਕਹਿਣਾ ਜੀ ਫਿਰ ਕੱਲ੍ਹ ਨੂੰ ਕਰ ਲਈਏ ਇਹ ਕੰਮ। ਹਾਂ, ਸਾਊ ਕਹਿੰਦੇ ਜੇ ਸਵਾਸ ਰਹੇ ਤਾਂ ਕਰਾਂਗੇ। ਸਵਾਸਾਂ ਦਾ ਪਤਾ ਹੀ ਨਹੀਂ ਹੈ ਵੀ ਅੱਜ ਹੈ ਕੱਲ੍ਹ ਨਹੀਂ ਹੈ, ਅਗਲੇ ਪਲ ਹੈ ਕਿ ਨਹੀਂ ਹੈ। ਤੋ ਭਾਈ ਗੁਰਦਾਸ ਜੀ ਫਰਮਾਉਂਦੇ ਆਪਣੀਆਂ ਕਵਿਤਾਂ ਦੇ ਵਿੱਚ ਬਈ ਆਪਣਾ ਗੁਣ ਜਾਂ ਕਲਾ ਪ੍ਰਗਟ ਕਰਨ ਲਈ ਕਿਸੇ ਵੀ ਬੰਦੇ ਨੂੰ ਸਹਾਰਾ ਲੈਣਾ ਪੈਂਦਾ ਹੈ। ਕਿਹਦਾ? ਸੰਗਤ ਦਾ, ਲੋਕਾਂ ਦਾ। ਬਿਲਕੁਲ ਇਸੇ ਤਰ੍ਹਾਂ ਜਿਵੇਂ ਚੰਦਨ ਦਾ ਬਿਰਛ ਹੈ, ਚੰਦਨ ਨੂੰ ਲੋੜ ਹੈ ਹਵਾ ਦੀ। ਉਹ ਹਵਾ ਉਹਦੀ ਖੁਸ਼ਬੂ ਨੂੰ ਅੱਗੇ ਚੱਕ ਕੇ ਲਿਜਾਊਗੀ ਤਾਂ ਉਹਦੀ ਪ੍ਰਤੀਤ ਹੋਣੀ ਹੈ। ਹਵਾ ਬਿਨਾਂ ਚੰਦਨ ਕਿਸੇ ਕਰਮ ਦਾ ਨਹੀਂ, ਚੰਦਨ ਬਿਨਾਂ ਹਵਾ ਕਿਸੇ ਕਰਮ ਦੀ ਨਹੀਂ। ਇਸੇ ਤਰ੍ਹਾਂ ਜਿਹੜਾ ਵੈਦ ਹੈ, ਜੇ ਬੂਟੀਆਂ ਉਹਦੇ ਕੋਲ ਹੈਗੀਆਂ ਤਾਂ ਉਹ ਵੈਦ ਕੰਮਦਾ ਹੈ। ਜੇ ਉਹਦੇ ਕੋਲ ਬੂਟੀਆਂ ਨਹੀਂ ਹੈ ਤਾਂ ਵੈਦ ਕਿਸੇ ਕੰਮ ਦਾ ਨਹੀਂ। ਅਤੇ ਜੇ ਵੈਦ ਹੈਗਾ, ਬੂਟੀਆਂ ਨਹੀਂ ਹੈਗੀਆਂ ਤਾਂ ਵੀ ਉਹ ਕਿਸੇ ਕੰਮ ਦਾ ਨਹੀਂ। ਜੇ ਬੂਟੀਆਂ ਹੈਗੀਆਂ, ਵੈਦ ਨਹੀਂ ਹੈ, ਤਾਂ ਬੂਟੀਆਂ ਕਿਸੇ ਕੰਮ ਦੀਆਂ ਨਹੀਂ ਹੈ।
ਇਹ ਚੀਜ਼ ਕਲਾ ਨੂੰ ਪ੍ਰਗਟ ਕਰਨ ਖਾਤਰ ਉੱਚੇ ਸਾਧਨਾਂ ਦੀ, ਹਾਇਰ ਨੌਲੇਜ ਦੀ ਲੋੜ ਹੁੰਦੀ ਹੈ। ਕਿਵੇਂ 100 ਚੂਹਿਆਂ ਦੀ ਖੱਲ ਧਾਰ ਲਈਏ, ਨਗਾਰਾ ਨਹੀਂ ਮੜਿਆ ਜਾ ਸਕਦਾ। ਊਂਟ ਦੀ ਖੱਲ ਨਾਲ ਨਗਾਰਾ ਮੜ ਹੁੰਦਾ ਹੈ, ਤਾਂ ਬੜੇ ਸਾਧਨ ਦੀ ਲੋੜ ਪਈ ਨਾ। ਐਸੇ ਤਰੀਕੇ ਨਾਲ ਜੇ ਅਸੀਂ ਅੱਗ ਵਿੱਚ ਜਲ ਰਹੀਏ ਹੋਈਏ ਤੇ ਧੂਏ ਨੂੰ ਪਕੜੀਏ, ਸਾਡਾ ਬਚਾਓ ਕਿਵੇਂ ਹੋਊ? ਡੁੱਬਦੇ ਹੋਏ ਝੱਗ ਨੂੰ ਪਕੜੀਏ, ਪਾਣੀ ਦੀ ਝੱਗ ਨੂੰ, ਕਿਵੇਂ ਸਾਡਾ ਗੁਜ਼ਾਰਾ ਹੋਊ? ਔਰ ਗਿਰਦੇ ਹੋਏ ਅਸਮਾਨ 'ਚੋਂ ਹਵਾ ਨੂੰ ਫਕੜੀਏ, ਕਿਵੇਂ ਸਾਡਾ ਗੁਜ਼ਾਰਾ ਹੋਊ? ਤਾਂ ਇਹ ਤੋਂ ਮੁਰਾਦ ਇਹ ਹੈ ਵੀ ਸਾਨੂੰ ਉੱਚ ਸਾਧਨਾਂ ਦੀ ਲੋੜ ਹੈ, ਉੱਚ ਹਸਤੀ ਦੀ ਲੋੜ ਹੈ। ਪਰਮਾਤਮਈ ਭਗਤੀ ਇਹ ਸਾਨੂੰ ਕਰਾ ਸਕਦੀ ਹੈ, ਕਿਸੇ ਦੇਵੀ ਦੇਵਤੇ ਵਿਸ਼ੇਸ਼ ਕੋਲ ਇਹ ਚੀਜ਼ਾਂ ਨਹੀਂ ਹੈ। ਉਹ ਕਬੀਰ ਜੀ ਨੇ ਸਾਨੂੰ ਇਹ ਵੀ ਦੱਸਿਆ ਵੀ ਹੋਛੀ ਭਗਤੀ ਵਿੱਚ ਕੁਛ ਪ੍ਰਾਪਤ ਨਹੀਂ ਹੁੰਦਾ। ਭਗਤੀ ਕਰਨੀ ਹੈ ਤਾਂ ਉਸ ਇੱਕ ਦੀ ਕਰੋ ਜਿਹੜਾ ਸਭ ਕੁਛ ਹੈ। ਸੋ ਸਾਧ ਸੰਗਤ ਜੀਓ, ਸਾਨੂੰ ਆਪਣਾ ਗੁਣ ਪ੍ਰਗਟ ਕਰਨ ਖਾਤਰ ਵੀ ਲੋੜ ਪੈਂਦੀ ਹੈ ਦੂਜਿਆਂ ਦੀ, ਕਲਾ ਨੂੰ ਪ੍ਰਗਟ ਕਰਨ ਖਾਤਰ। ਇਹ ਹੁਕਮ ਹੈ ਉਹਦਾ। ਤੋ ਸੰਗਤ ਦੇ ਰਾਹੀਂ ਗੁਣ ਪ੍ਰਗਟ ਕਰਾਉਂਦਾ ਉਹ, ਜਦ ਵੀ ਕਰਾਉਂਦਾ। ਇੱਕ ਮਿਸਾਲ ਆਪ ਜੀ ਨਾਲ ਹੁਣ ਸਾਂਝੀ ਕਰਦਾ, ਆਪਾਂ ਉਹਨੂੰ ਪ੍ਰਤੀਤ ਦੇ ਤੌਰ 'ਤੇ ਦੇਖੀਏ। ਚਲੋ ਦਾਸਰੇ ਕੋਲ ਕੁਛ ਥੋੜ੍ਹਾ ਬਹੁਤਾ ਜਿੰਨਾ ਕੁ ਵੀ ਸੀ ਗਿਆਨ ਸੀਗਾ, ਲੇਕਿਨ ਉਹ ਪਿਆ ਸੀ ਅੰਦਰ ਦਬਿਆ ਹੋਇਆ। ਜਰੀਆ ਕੌਣ ਬਣ ਗਿਆ? ਆਪ ਸਭ ਲੋਕ, ਖਾਸ ਕਰਕੇ ਭਾਈ ਰਣਜੀਤ ਸਿੰਘ ਜੀ, ਜਿਨ੍ਹਾਂ ਨੇ ਉਹ ਉਸ ਮੰਚ ਦੇ ਉੱਤੇ ਪਾ ਦਿੱਤਾ ਵੀ ਦਾਸਰਾ ਕੱਲ੍ਹ ਨੂੰ ਹੈ, ਨਹੀਂ ਹੈ, ਕੋਈ ਵਸਾ ਨਹੀਂ, ਉਹ ਸਦੀਆਂ ਤੱਕ ਰਹਿਣੀ ਹੈ ਵਿਚਾਰ। ਜਿਵੇਂ ਮਸਕੀਨ ਜੀ ਨੂੰ ਆਪਾਂ ਅੱਜ ਵੀ ਸੁਣਦੇ ਹਾਂ, ਹੋਰ ਮਹਾਂਪੁਰਸ਼ਾਂ ਨੂੰ ਸੁਣਦੇ ਹਾਂ, ਰਿਕਾਰਡ ਕਰੀਆਂ ਪਈਆਂ ਉਹ ਚੀਜ਼ਾਂ। ਉਹ ਜਰੀਆ ਬਣ ਜਾਂਦਾ। ਪਰ ਜਰੀਆ ਜੇ ਸਾਡਾ ਵਧੀਆ ਹੋਊਗਾ, ਬੜਾ ਜਰੀਆ ਹੋਊਗਾ, ਤਾਂ ਅਸੀਂ ਉਹਨੇ ਆਪਣੇ ਆਪ ਨੂੰ ਵੱਧ ਗੁਣ ਪਰਮਾਤਮਾ ਦੀ ਕਿਰਪਾ ਦੇ ਵਿੱਚ ਪ੍ਰਗਟ ਕਰ ਸਕਦੇ ਹਾਂ, ਆਪਣੀ ਕਲਾ ਦਾ ਪ੍ਰਗਟਾਵਾ ਕਰ ਸਕਦੇ ਹਾਂ। ਜੇ ਨਹੀਂ ਹੈ ਸਾਧਨ ਉੱਚਾ, ਲੋਅਰ ਨੌਲੇਜ ਹੈ, ਲੋਅਰ ਨੌਲੇਜ ਵੀ ਮਤਲਬ ਬਾਹਰ ਦੀ ਉਹ ਸਾਰਾ ਗਿਆਨ ਇਕੱਠਾ ਕਰਿਆ ਹੋਇਆ ਹੈ, ਅੰਦਰਲੀ ਗੱਲ ਹੈ ਹੀ ਨਹੀਂ ਕੋਈ ਵੀ, ਫਿਰ ਕਿਵੇਂ ਪ੍ਰਗਟ ਕਰਾਂਗੇ ਉਹਨੂੰ? ਇਹ ਗੱਲ ਹੈ ਸਾਧ ਸੰਗਤ ਜੀ। ਉਹ ਜਿਹੜੇ ਸਾਧਨ ਹੈ ਸਾਡੇ, ਉਹ ਵੀ ਉੱਚੇ ਹੋਣੇ ਚਾਹੀਦੇ। ਸਾਨੂੰ ਇੱਕ ਦੇ ਨਾਲ ਜੁੜਨਾ ਚਾਹੀਦਾ, ਨਾ ਕਿ ਕਿਸੇ ਹੋਰ ਨਾਲ। ਔਰ ਇੱਕ ਵਿਚਾਰ ਕਰਕੇ ਸਮਾਪਤੀ ਵੀ ਕਰੀਏ ਫਿਰ। ਮਹਾਤਮਾ ਬੁੱਧ ਜੀ ਨੂੰ ਸਾਰੀ ਸ੍ਰਿਸ਼ਟੀ, ਬਹੁਤ ਸਾਰਾ ਵਰਲਡ ਸਰਾਉਂਦਾ ਵੀ ਹੈ, ਫੈਲਿਆ ਹੋਇਆ ਵੀ ਬਹੁਤ ਹੈ ਉਹ ਧਰਮ ਦੁਨੀਆ 'ਚ, ਸਾਰੇ ਏਸ਼ੀਆ 'ਚ ਲਗਭਗ ਫੈਲਿਆ ਹੋਇਆ। ਨਿਕਲਿਆ ਭਾਵੇਂ ਨੇਪਾਲ ਭਾਰਤ 'ਚੋਂ ਹੀ ਹੈ। ਉਹਨਾਂ ਦੀ ਵਡਿਆਈ ਗੁਰਬਾਣੀ 'ਚ ਬਹੁਤ ਘੱਟ ਹੈ ਹੀ ਨਹੀਂ। ਬਲਕਿ ਕਾਰਨ ਕਿਆ ਹੈ? ਇਹ ਵਿਚਾਰ ਅੱਗੇ ਵੀ ਸਾਂਝੀ ਕਰੀਏ ਦਾਸ ਨੇ। ਦੇਖੋ, ਮਹਾਤਮਾ ਬੁੱਧ ਜੀ ਬਹੁਤ ਉੱਚੀ ਅਵਸਥਾ ਵਾਲੇ ਸੀ, ਸਤੋਗੁਣੀ ਪੁਰਸ਼। ਉਹਨਾਂ ਨੇ ਬੰਦੇ ਨੂੰ ਇਹ ਕਿਹਾ ਵੀ ਤੁਸੀਂ ਆਪਣਾ ਦੀਵਾ ਆਪ ਬਾਲੋ, ਆਪੋ ਦੀਵੋ ਭਵਿਆ, ਆਪੋ ਦੀਪੋ ਭਵਿਆ, ਆਪਣਾ ਦੀਵਾ ਆਪ ਬਾਲੋ। ਆਪਣੇ ਮਨ ਨੂੰ ਸੱਚਾ ਸੁੱਚਾ ਬਣਾਓ, ਆਪਣੀਆਂ ਵਾਸ਼ਨਾਵਾਂ ਪਰ ਕੰਟਰੋਲ ਕਰੋ, ਅਸ਼ਟਾਂਗ ਕਹਿੰਦੇ ਜਿਹਨੂੰ। ਔਰ ਖਾਸ ਕਰਕੇ ਉਹਨਾਂ ਨੇ 4 ਸੱਚਾਈਆਂ ਵੀ ਪ੍ਰਗਟ ਕਈਆਂ ਹੈ, ਬਈ ਸੰਸਾਰ ਦੁੱਖਾਂ ਦਾ ਘਰ ਹੈ, ਦੁੱਖਾਂ ਦਾ ਕਾਰਨ ਤ੍ਰਿਸ਼ਨਾ ਹੈ, ਤ੍ਰਿਸ਼ਨਾ ਤੋਂ ਛੁਟਕਾਰਾ ਆਤਮ ਸੰਜਮ ਨਾਲ ਹੋ ਸਕਦਾ ਹੈ। ਇੱਥੇ ਵਿਰੋਧ ਹੈ ਗੁਰਬਾਣੀ ਦਾ, ਗੁਰਮਤ ਦਾ। ਪਹਿਲੀ ਗੱਲ ਤਾਂ ਜਿਹੜਾ ਕਾਰਨ ਹੈ, ਗੁਰਮਤ ਨੇ ਹਉਮੈ ਨੂੰ ਕਿਹਾ। ਤ੍ਰਿਸ਼ਨਾ ਹਉਮੈ ਕਰਕੇ ਹੁੰਦੀ ਹੈ। ਜੇ ਹਉਮੈ ਵਿੱਚ ਬੜਾ ਬਣਨ ਦੀ ਲੋਚਾ ਹੁੰਦੀ ਹੈ ਤਾਂ ਹੀ ਤ੍ਰਿਸ਼ਨਾ ਪੈਦਾ ਹੁੰਦੀ ਹੈ। ਅਗਲੀ ਗੱਲ ਇਹ ਵੀ ਤ੍ਰਿਸ਼ਨਾ ਦਾ ਛੁਟਕਾਰਾ ਸੰਗਤ ਵਿੱਚ ਗੁਰੂ ਦੀ ਕਿਰਪਾ ਨਾਲ ਹੁੰਦਾ, ਨਾ ਕਿ ਬੰਦਾ ਆਪਣੀ ਸਾਧਨਾ ਨਾਲ ਛੁਟਕਾਰਾ ਕਰ ਲਵੇ। ਆਤਮ ਸੰਜਮ ਜਿੰਨੇ ਮਰਜ਼ੀ ਕਰੀ ਜਾਵੇ ਬੰਦਾ, ਗੁਰਮਤ ਨਹੀਂ ਮੰਨਦੀ ਇਸ ਗੱਲ ਨੂੰ। ਜੈਨ ਧਰਮ ਔਰ ਬੁੱਧ ਧਰਮ ਵਿੱਚ ਇਸ ਗੱਲ 'ਤੇ ਜ਼ੋਰ ਹੈ ਵੀ ਆਪਣੇ ਆਪ ਨੂੰ ਸ਼ੁੱਧੀਕਰਨ ਕਰੋ, ਚੰਗੇ ਕਰਮ ਕਰੋ, ਚੰਗਾ ਦੇਖੋ, ਚੰਗਾ ਸੋਚੋ। ਗੱਲਾਂ ਗਲਤ ਨਹੀਂ ਹੈ, ਗੱਲਾਂ ਇਹ ਸਭ ਠੀਕ ਹੈ, ਲੇਕਿਨ ਜਿਹੜੀ ਪ੍ਰਾਪਤੀ ਹੈ ਉਹ ਸਾਨੂੰ ਗੁਰੂ ਦੁਆਰਾ ਹੋਣੀ ਹੈ, ਮੈਂ ਮਾਰ ਕੇ ਹੋਣੀ ਹੈ, ਆਪਣੇ ਵੱਲੋਂ ਨਹੀਂ ਹੋਣੀ। ਬੁੱਧ ਜੀ ਕਹਿ ਰਹੇ ਵੀ ਆਪਾਂ ਆਪਣਾ ਦੀਵਾ ਆਪ ਬਾਲਣਾ, ਆਪਾਂ ਨੂੰ ਆਪ ਕਰਨਾ ਪੈਣਾ। ਇਹ ਸਾਰਾ ਕੁਝ ਕਰਨਾ ਭਾਵੇਂ ਆਪਾਂ ਨੂੰ ਆਪ ਕਰਨਾ ਪੈਣਾ ਆਪ, ਪਰ ਕਿਰਪਾ ਉਹਦੀ ਵਰਤੂਗੀ ਤਾਂ ਹੋਊਗਾ। ਇਹ ਗੁਰਮਤ ਦਾ ਥਾਟ। ਇਸ ਕਰਕੇ ਜਿਹੜਾ ਚੌਥੇ ਗੁਣ ਵਾਲੇ, ਚੌਥੇ ਪਦ ਵਾਲੇ ਗੁਣ ਹੈ, ਉਹ ਪ੍ਰਗਟ ਨਹੀਂ ਹੋਏ ਕਰੇ ਮਹਾਤਮਾ ਬੁੱਧ ਜੀ ਨੇ। ਇਸ ਕਰਕੇ ਗੁਰਬਾਣੀ 'ਚ ਕੋਈ ਵਡਿਆਈ ਨਹੀਂ ਉਹਨਾਂ ਦੀ ਆਈ। ਹਾਲਾਂਕਿ ਅਸੀਂ ਉਹਨਾਂ ਨੂੰ ਨਤਮਸਤਕ ਹੁੰਦੇ ਹਾਂ ਵੀ ਉਹਨਾਂ ਦਾ ਧਰਮ ਇੰਨਾ ਫੈਲਿਆ, ਔਰ ਉਹ ਵੀ ਇੱਕ ਕਾਰਨ ਹੈ ਵੀ ਹਿੰਦੁਸਤਾਨ 'ਚ ਨਿਕਲਿਆ ਵੀ ਹੈ ਧਰਮ, ਲੇਕਿਨ ਅਲੋਪ ਵੀ ਹਿੰਦੁਸਤਾਨ 'ਚ ਹੋ ਗਿਆ। ਬਾਹਮਣੀ ਧਰਮ ਨੇ ਗੋਡੇ ਲਵਾਤੇ ਉਸ ਧਰਮ ਦੇ, ਕਿਉਂਕਿ ਜਿਹੜੀ ਅਹਿੰਸਾ ਦਾ ਮਾਰਗ ਸੀਗਾ ਉਹਨਾਂ ਦਾ, ਉਹਦੇ ਕਰਕੇ ਸਾਰੇ ਰਾਜੇ
ਅਹਿੰਸਕ ਹੋ ਕੇ ਹਥਿਆਰ ਛੱਡ ਬੈਠੇ, ਮੁਗਲ ਆ ਕੇ ਕਬਜ਼ਾ ਕਰ ਗਏ। ਤੋ ਚਲੋ ਗੁਣ ਔਰ ਔਗਣ ਹਰ ਧਰਮ 'ਚ ਹੋ ਸਕਦਾ ਕੋਈ ਨਾ ਕੋਈ, ਪਰ ਮਹਾਤਮਾ ਬੁੱਧ ਜੀ ਦੀ ਸ਼ਖਸੀਅਤ ਨੂੰ ਆਪਾਂ ਨਤਮਸਤਕ ਹੈ। ਬਹੁਤ ਉੱਚੀ ਗੱਲ ਹੈ, ਕੋਈ ਛੋਟੀ ਗੱਲ ਨਹੀਂ। ਸਤੋ ਗੁਣ ਹੈ ਉਹ, ਜਿਹੜਾ ਆਪਣੇ ਆਪ ਨੂੰ ਸਹੀ ਕਰਨਾ ਹੈ। ਪਰ ਗੁਰਮਤਿ ਨਾਲ ਮੇਲ ਨਹੀਂ ਹੈ ਉਸ ਗੱਲ ਦਾ। ਗੁਰਮਤਿ ਕਹਿੰਦੀ ਹੈ ਵੀ ਗੁਰੂ ਦੀ ਸ਼ਰਨ ਪੈ ਜਾਓ। ਮਹਾਤਮਾ ਬੁੱਧ ਜੀ ਐਸੀ ਗੱਲ ਕੋਈ ਨਹੀਂ ਕਰਦੇ। ਉਹ ਕਹਿੰਦੇ ਆਪਣੇ ਆਪ 'ਤੇ ਕਰ ਲਓ ਜੋ ਕੁਛ ਹੁੰਦਾ। ਤੋ ਚੌਥਾ ਉਹਨਾਂ ਦੀ ਅਟੱਲ ਸੱਚਾਈ ਇਹ ਹੈ ਵੀ ਸੁੱਖ ਸ਼ਾਂਤੀ ਔਰ ਬਿਰਤੀ ਇਹ ਸੱਚੇ ਗਿਆਨ ਵਿੱਚ ਹੈ। ਸੱਚਾ ਗਿਆਨ ਗੁਰੂ ਤੋਂ ਮਿਲਦਾ, ਬਾਹਰ ਹੈ ਹੀ ਨਹੀਂ ਹੈ ਉਹ। ਹਉਮੈ ਟੁੱਟੇ ਬਿਨਾਂ ਵਿਵੇਕ ਗਿਆਨ ਪ੍ਰਾਪਤ ਹੀ ਨਹੀਂ ਹੁੰਦਾ, ਬੰਦਾ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵੇ। ਇਹਨਾਂ ਗੱਲਾਂ ਕਰਕੇ ਮਹਾਤਮਾ ਬੁੱਧ ਜੀ ਦੀ ਵਡਿਆਈ ਨਹੀਂ ਹੈ ਗੁਰਬਾਣੀ 'ਚ। ਵੈਸੇ ਸਤਿਕਾਰ ਜ਼ਰੂਰ ਹੈਗਾ, ਕਿਉਂਕਿ ਗੁਰਬਾਣੀ ਸਭ ਦੇਵੀ ਦੇਵਤਿਆਂ ਦਾ ਸਤਿਕਾਰ ਕਰਦੀ ਹੈ। ਜਿੰਨੇ ਮਹਾਂਪੁਰਸ਼ ਦੁਨੀਆ 'ਚ ਹੋਏ ਸਭ ਦਾ ਸਤਿਕਾਰ ਕਰਦੀ ਹੈ। ਪੂਜਣਾ ਕੇਵਲ ਇੱਕ ਨੂੰ, ਇੱਥੇ ਫਰਕ ਹੈ, ਵਿਰੋਧ ਪੈਂਦਾ। ਪੂਜਣਾ ਇੱਕ ਨੂੰ, ਸਤਿਕਾਰ ਸਭ ਦਾ ਕਰਨਾ। ਕਿਸੇ ਦਾ ਤਿਰਸਕਾਰ ਨਹੀਂ ਕਰਨਾ, ਕਿਉਂਕਿ ਉਹ ਵੀ ਤਾਂ ਉਸੇ ਦੇ ਆ, ਉਹ ਕਿਹੜੇ ਬਾਹਰ ਹੈ ਉਸ ਤੋਂ। ਜਿੱਕਣ ਜਿੱਕਣ ਕਿਸੇ ਨੇ ਲਗਾਏ ਹੋਏ ਆ, ਉੱਕਣ ਲੱਗੇ ਹੋਏ ਆ ਉਹ। ਤੋ ਇੱਕ ਵਿਚਾਰ ਹੋਰ ਮਹਾਤਮਾ ਬੁੱਧ ਜੀ ਦੀ ਹੈ, ਉਹ ਜਿਹੜੀ ਅਸ਼ਟਾਂਗ ਕਹਿੰਦੇ ਆ, ਉਹ ਅਸ਼ਟਾਂਗ ਦਾ ਮਤਲਬ ਹੈ 8 ਕਿਸਮ ਦੇ ਕਰਮ। ਸੰਮਿਆ ਡਿੱਠੀ, ਸਭ ਨੂੰ ਪ੍ਰੇਮ ਨਾਲ ਦੇਖਣਾ, ਦ੍ਰਿਸ਼ਟੀ ਸਮਾਨ ਕਰ ਲੈਣੀ। ਸੰਮਿਆ ਸੰਕੰਪੋ, ਯਾਨੀ ਸੰਕਲਪ ਜਿਹੜਾ ਹੈ ਉਹ ਵੀ ਇੱਕ ਸਮਾਨ ਕਰ ਲੈਣਾ। ਮੰਨਣ ਔਰ ਅਭਿਆਸ, ਜਿਹੜਾ ਅਭਿਆਸ ਕਰਨਾ ਮੰਨ ਕੇ, ਉਹ ਸਮਿਆ ਸੰਕੰਪੋ 'ਚ ਆਉਂਦਾ ਹੈ। ਸੰਮਿਆ ਵਾਚੋ, ਵਚਨ ਵੀ ਸੱਚੇ ਹੋਣੇ ਚਾਹੀਦੇ। ਸੰਮਿਆ ਕਮਾਨੋ, ਚੰਗੇ ਕਰਮ ਕਰਨੇ। ਸੰਮਿਆ ਬਿਆਮੋ, ਯਤਨ ਵੀ ਚੰਗੇ ਹੋਣੇ ਚਾਹੀਦੇ। ਸੰਮਿਆ ਅਜੀਵੋ, ਉਪਜੀਵਕਾ ਵੀ ਸੱਚੀ ਹੋਣੀ ਚਾਹੀਦੀ ਹੈ। ਸਾਰੀਆਂ ਗੱਲਾਂ ਬਹੁਤ ਅੱਛੀਆਂ, ਬੁਰਾਈ ਕੋਈ ਨਹੀਂ ਹੈ ਇਹਨਾਂ 'ਚ। ਸੰਮਿਆ ਮਤ, ਉੱਚੀ ਮਤ, ਦੈਵੀ ਗੁਣ ਪ੍ਰਗਟ ਕਰਨੇ। ਸੰਮਿਆ ਸਮਾਧੀ, ਸਮਾਧੀ ਜਿਹੜੀ ਮਨ ਦੀ ਇਕਾਗਰਤਾ ਹੈ ਉਹ ਵੀ ਸਮ ਹੋਣੀ ਚਾਹੀਦੀ ਹੈ, ਸੱਚੀ ਹੋਣੀ ਚਾਹੀਦੀ ਹੈ। ਹੁਣ ਇਹ ਚੀਜ਼ਾਂ ਬਸ ਫਰਕ ਇੰਨਾ ਹੀ ਹੈ ਵੀ ਸਾਨੂੰ ਗੁਰਮਤਿ ਨੇ ਇਹ ਸਮਝਾਇਆ ਵੀ ਇਹ ਗੁਰੂ ਵੱਲੋਂ ਆਉਣੀਆਂ, ਬੰਦੇ ਤੇਰੇ ਹੱਥ 'ਚ ਕੁਛ ਨਹੀਂ ਹੈ। ਮਹਾਤਮਾ ਬੁੱਧ ਜੀ ਵਾਜ਼ ਸਾਈਲੈਂਟ ਅਬਾਊਟ ਗੋਡ, ਨਾ ਉਹਨਾਂ ਨੇ ਕਿਹਾ ਵੀ ਹੈਗਾ, ਨਾ ਕਿਹਾ ਵੀ ਨਹੀਂ ਹੈਗਾ। ਚਲੋ ਇਸ ਕਰਕੇ ਫਿਰ ਵਡਿਆਈ ਨਹੀਂ ਪ੍ਰਤੀਤ ਇਹ ਦਿੰਦਾ। ਅਸੀਂ ਹੁਣ ਮਹਾਤਮਾ ਬੁੱਧ ਜੀ ਬਾਰੇ ਕਿਆ ਕਹੀਏ, ਛੋਟੀ ਮੱਤ ਹੈ, ਉਹ ਬਹੁਤ ਉੱਚੀ ਹਸਤੀ ਤੇ। ਪਰ ਜੋ ਗੁਰਮਤਿ ਕਹਿੰਦੀ ਹੈ ਆਪਾਂ ਉਹ ਵੀ ਗੱਲ ਕਹਿਣੀ ਹੈ। ਜੋ ਗੁਰੂ ਸਾਹਿਬ ਨੇ ਫਰਮਾਈ ਹੈ ਉਹਦੇ ਅਨੁਸਾਰ ਚੱਲਣਾ, ਆਪਾਂ ਨੂੰ ਅਨੁਸਰਨ ਕਰਨਾ ਉਹਦਾ। ਇਸ ਕਰਕੇ ਇਹ ਬਾਤਾਂ ਕਹੀਆਂ ਤੁੱਛ ਬੁੱਧੀ ਅਨੁਸਾਰ, ਛੋਟੀ ਸਮਝ ਅਨੁਸਾਰ। ਚੰਗੀ ਲੱਗੇ ਗੁਰਮਤਿ ਦੀ ਸਮਝ ਕੇ ਰੱਖ ਲਿਓ। ਜੇ ਕੋਈ ਮੇਰੀ ਨਜ਼ਰ ਆਉਂਦੀ ਹੈ ਵੀ ਤੁਸੀਂ ਕਿਹਾ ਤਾਂ ਛੱਡ ਦਿਓ, ਕੋਈ ਦਾਅਵਾ ਨਹੀਂ ਹੈ, ਪਰਮਾਤਮਾ ਜਾਣਦਾ। ਸਾਧ ਸੰਗਤ ਜੀ ਦਿਓ ਆਗਿਆ, ਕਾਫੀ ਲੰਬੀ ਹੋ ਗਈ ਆਡੀਓ। ਕੋਈ ਨਾ ਕੋਈ ਅਪਸ਼ਬਦ ਜ਼ਰੂਰ ਨਿਕਲ ਜਾਂਦਾ, ਬਖਸ਼ ਲਿਓ। ਹਮੇਸ਼ਾ ਹੀ ਦਾਸਰਾ ਹੱਥ ਜੋੜ ਕੇ ਖਿਮਾ ਮੰਗਦਾ ਸੰਗਤ ਕੋਲੋਂ। ਕੋਈ ਅਪਸ਼ਬਦ ਦੀ ਦੁਬਾਰਾ ਤੋਂ ਬਾਰ-ਬਾਰ ਖਿਮਾ ਮੰਗਦਾ। ਦਿਓ ਅਸੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।